ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਗਤ ਰੂਪੇ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਆਸਾ ਰਾਗ ਦੇ ਵਿੱਚ ਮਹੱਲੇ 5ਵੇਂ ਦੀ ਬਾਣੀ। ਕੱਲ੍ਹ ਆਪਾਂ ਵਿਚਾਰ ਰਹੇ ਸੀ, ਸਤਿਗੁਰੂ ਜੀ ਸਮਝਾਉਂਦੇ ਨੇ ਕਿ ਇਸ ਸੰਸਾਰ ਦੇ ਵਿੱਚ ਜੋ ਵੀ ਦਿਸਦਾ ਹੈ, ਜਿਸ ਦੇ ਨਾਲ ਸਾਡਾ ਪਿਆਰ ਹੈ, ਘਰ ਹੈ, ਮੰਦਰ ਹੈ, ਮਹਿਲਾ ਹੈ, ਜੋ ਵੀ ਦਿਸਦੇ ਨੇ, ਅੰਤ ਸਮੇਂ ਕੋਈ ਵੀ ਸਾਡਾ ਸੰਗ ਨਹੀਂ ਦਿੰਦਾ, ਸਾਡੇ ਨਾਲ ਨਹੀਂ ਜਾਂਦਾ, ਕੋਈ ਵੀ ਸਾਡਾ ਸੰਗੀ ਨਹੀਂ ਹੈ। ਗ੍ਰਹਿ ਮੰਦਰ ਮਹਿਲਾ ਜੋ ਦੀਸੈ, ਨਾ ਕੋਈ ਸੰਗਾਰ, ਕੋਈ ਵੀ ਸੰਗੀ ਨਹੀਂ ਹੈ। ਜਬ ਲਗ ਜੀਵੈ ਕਲੀ ਕਾਲ ਮੈਂ, ਜਨ ਨਾਨਕ ਨਾਮ ਸੰਭਾਲ। ਇਸ ਕਰਕੇ ਜਿੰਨੀ ਦੇਰ ਆਪਾਂ ਇਸ ਸੰਸਾਰ ਦੇ ਵਿੱਚ ਰਹਿਣਾ ਹੈ, ਕਾਲ ਦੇ ਵਿੱਚ, ਦੇਸ਼ ਦੇ ਵਿੱਚ ਰਹਿਣਾ ਹੈ, ਜਿੰਨਾ ਸਾਨੂੰ ਸਮਾਂ ਮਿਲਿਆ ਹੈ, ਉਹਨਾਂ ਦੇਰ ਨਾਮ ਨੂੰ ਸੰਭਾਲਣਾ ਹੈ, ਕਿਉਂਕਿ ਨਾਮ ਹੀ ਅੰਤ ਸਮੇਂ ਸਾਡਾ ਸੰਗ ਸਾਈ ਹੁੰਦਾ ਹੈ, ਸਾਡਾ ਸੰਗੀ ਹੁੰਦਾ ਹੈ। ਜਹ ਮਾਤ ਪਿਤਾ ਸੁਤ ਮੀਤ ਨ ਪਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜੈ ਮਹਾ ਪਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚੱਲੈ। ਇਸ ਕਰਕੇ ਨਾਮ ਨੂੰ ਸੰਭਾਲ। ਇੱਥੇ ਤੱਕ ਆਪਾਂ ਕੱਲ੍ਹ ਵਿਚਾਰ ਕੀਤੀ ਸੀ। ਆਓ ਅਗਲੇ ਸ਼ਬਦ ਦੀ ਵਿਚਾਰ ਕਰਦੇ ਹਾਂ। ਆਸਾ ਘਰ ਤੀਜਾ ਮਹੱਲਾ 5ਵਾਂ। ਘਰ ਤੀਜਾ ਹੈ, ਮਹੱਲੇ 5ਵੇਂ ਦਾ ਸ਼ਬਦ ਹੈ। ਆਸਾ ਰਾਗ ਦੇ ਵਿੱਚ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਜੋ ਧੁਨ ਹੈ, ਜੋ ਗਿਆਨ ਹੈ, ਉਸ ਸੱਚਾ ਗੁਰ, ਉਸ ਦੀ ਕਿਰਪਾ ਦੇ ਨਾਲ ਸਾਨੂੰ ਇਹ ਸਾਰੀ ਸੋਝੀ ਆਉਂਦੀ ਹੈ, ਪ੍ਰਭੂ ਦਾ ਗਿਆਨ ਹੁੰਦਾ ਹੈ। ਆਓ ਸ਼ਬਦ ਰਹੋ, ਪੰਕਤੀਆਂ ਨੇ ਸ਼ਬਦ ਦੀਆਂ। ਕਾਹੇ ਏਕ ਬਿਨਾ ਚਿਤ ਲਾਈਐ, ਕਿ ਇੱਕ ਤੋਂ ਬਿਨਾਂ ਕਿਉਂ ਹੋਰ ਦੇ ਨਾਲ ਚਿੱਤ ਜੋੜੀਏ। ਕਾਹੇ ਇੱਕ ਬਿਨਾ ਚਿੱਤ ਲਾਈਏ। ਊਠਤ ਬੈਠਤ ਸੋਭਤ ਜਾਗਤ, ਸਦਾ ਸਦਾ ਹਰ ਧਿਆਈਐ। ਚਾਹੇ ਉੱਠਦੇ ਹਾਂ, ਚਾਹੇ ਬੈਠੇ ਹਾਂ, ਚਾਹੇ ਸੌਂਦੇ ਹਾਂ, ਚਾਹੇ ਜਾਗਦੇ ਹਾਂ। ਸੌਣਾ ਜਾਗਣਾ ਕੀ ਹੈ? ਸੌਣਾ ਕੀ ਹੁੰਦਾ ਹੈ ਕਿ ਗੁਰਬਾਣੀ ਅਨੁਸਾਰ ਜਿਹੜਾ ਸੌਣਾ ਹੈ, ਉਹ ਹੈ ਜਦੋਂ ਅਸੀਂ ਸੰਸਾਰ ਦੀਆਂ ਵਿਚਾਰਾਂ ਕਰਦੇ ਹਾਂ, ਤ੍ਰੈ ਗੁਣਾਂ ਵਿਚਾਰਾਂ ਦੇ ਵਿੱਚ ਜਾਂਦੇ ਹਾਂ, ਵਿਚਾਰਾਂ ਕਰਦੇ ਹਾਂ, ਪਰ ਧਿਆਨ ਉਦੋਂ ਵੀ ਪਰਮੇਸ਼ਰ ਦੇ ਨਾਮ ਦੇ ਵਿੱਚ ਜੋੜ ਕੇ ਰੱਖੀਏ, ਕਿਉਂਕਿ ਨੇਤਰ ਵਿਹਲੇ ਨੇ, ਨੇਤਰਾਂ ਨੇ ਦੇਖਣਾ ਹੀ ਹੁੰਦਾ ਹੈ ਅਤੇ ਆਉਣਾ ਹੀ ਹੁੰਦਾ ਹੈ। ਇਸ ਕਰਕੇ ਉਦੋਂ ਆਪਾਂ ਧਿਆਉਂਦੇ ਰਹੀਏ, ਚਾਹੇ ਉੱਠਦੇ ਹਾਂ, ਬਹਿੰਦੇ ਹਾਂ, ਸੌਂਦੇ ਹਾਂ, ਜਾਗਦੇ ਹਾਂ। ਜਾਗਦਾ ਕਦੋਂ ਹੈ? ਜਦੋਂ ਤ੍ਰੈ ਗੁਣੀ ਵਿਚਾਰਾਂ ਤੋਂ ਨਿਰਲੇਪ ਹੋ ਜਾਂਦਾ ਹੈ, ਕਿਉਂਕਿ ਆਪਾਂ ਸੰਸਾਰੀ ਜੀਵ ਹਾਂ, ਸਾਡਾ ਗ੍ਰਸਤ ਮਾਰਗ ਹੈ, ਸੰਸਾਰ ਦੀਆਂ ਬਹੁਤ ਸਾਰੀਆਂ ਲੋੜਾਂ ਨੇ, ਸੰਸਾਰ ਦੇ ਬਹੁਤ ਸਾਰੇ ਕਾਰਜ ਨੇ, ਜਿੱਥੇ ਸਾਨੂੰ ਇੱਕ ਦੂਜੇ ਤੋਂ ਪੁੱਛਣਾ ਪੈਂਦਾ ਹੈ, ਦੱਸਣਾ ਪੈਂਦਾ ਹੈ, ਸਮਝਣਾ ਪੈਂਦਾ ਹੈ, ਵਿਚਾਰਾਂ ਕਰਨੀਆਂ ਪੈਂਦੀਆਂ ਨੇ।
ਲੇਕਿਨ ਧਿਆਨ ਸਾਡਾ ਉਦੋਂ ਵੀ ਮਾਲਕ ਵੱਲ ਜੁੜਿਆ ਰਹੇ। ਹੋਰ ਦੇ ਨਾਲ ਚਿੱਤ ਨਾ ਜੁੜੇ, ਗੱਲਾਂ ਕਰੀਏ ਪਰ ਚਿੱਤ ਪਰਮੇਸ਼ਰ ਨਾਲ ਜੁੜਿਆ ਰਹੇ। ਸ਼ਬਦ ਸ਼ੁਰੂ ਕਰਦੇ ਹਾਂ। ਰਾਜ ਮਿਲਕ ਜੋਬਨ ਗ੍ਰਹਿ ਸੋਭਾ ਰੂਪਵੰਤ ਜਵਾਨੀ। ਸੰਸਾਰ ਦਾ ਰਾਜ ਭਾਗ, ਹਕੂਮਤ, ਇੱਥੇ ਦੀ ਪ੍ਰੋਪਰਟੀ, ਸਰੀਰਕ ਜਵਾਨੀ, ਘਰ ਅਤੇ ਸੰਸਾਰ ਦੇ ਵਿੱਚ ਸੋਭਾ, ਰੂਪ, ਸੋਹਣਾ ਰੂਪ, ਜਵਾਨੀ ਜਿਹੜੀ ਹੈ, ਇਹ ਸਾਰੇ ਹੀ ਬਹੁਤ ਦਰਬ ਹਸਤੀ ਅਰ ਘੋੜੇ, ਬਹੁਤ ਧਨ ਦੌਲਤ, ਹਾਥੀ ਘੋੜੇ, ਅੱਗੇ ਜਿਹੜੀਆਂ ਸਵਾਰੀਆਂ ਸੀ ਪਹਿਲੇ ਜ਼ਮਾਨਿਆਂ ਦੇ ਵਿੱਚ। ਅੱਜ ਸਾਡੇ ਕੋਲ ਸਾਇੰਸ ਦਾ ਯੁੱਗ ਹੈ, ਮਸ਼ੀਨਰੀ ਹੈ, ਜਿੱਥੇ ਆਪਾਂ ਵੱਡੀਆਂ ਵੱਡੀਆਂ ਕਾਰਾਂ, ਮੋਟਰਸਾਈਕਲ, ਜਿਹਦੇ ਨਾਲ ਸਾਡਾ ਚਿੱਤ ਜੁੜ ਜਾਂਦਾ ਹੈ, ਜਿਸ ਨੂੰ ਆਪਾਂ ਲੋਚਦੇ ਹਾਂ ਘਰਾਂ ਦੇ ਵਿੱਚ। ਲਾਖ ਲਾਲ ਲਾਖ ਬੈਆਨੀ, ਹੋਰ ਗਹਿਣੇ ਜਿਹੜੇ ਸਾਡੇ ਕੋਲ, ਜਿਨ੍ਹਾਂ ਨੂੰ ਅਸੀਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਚਿੱਤ ਜੋੜਦੇ ਹਾਂ, ਜਾਂ ਕੋਈ ਪ੍ਰਾਪਤ ਕਰ ਲੈਂਦਾ ਹੈ, ਕੋਈ ਉੱਧਰ ਸੋਚਦਾ ਰਹਿੰਦਾ ਹੈ। ਆਗੈ ਦਰਗਹਿ ਕਾਮ ਨਾ ਆਵੈ, ਛੋੜ ਚੱਲੇ ਅਭਿਮਾਨੀ। ਅੱਗੇ ਦਰਗਾਹ ਦੇ ਵਿੱਚ ਇਹ ਕੁਛ ਵੀ ਕੰਮ ਨਹੀਂ ਆਉਣਾ। ਅਭਿਮਾਨੀ ਲੋਕ ਇੱਥੇ ਛੱਡ ਕੇ ਚਲੇ ਜਾਂਦੇ ਨੇ, ਅਤੇ ਜਿਹੜੇ ਪਰਮੇਸ਼ਰ ਨਾਲ ਚਿੱਤ ਜੋੜ ਲੈਂਦੇ ਨੇ ਉਹ ਵੀ ਇਹ ਅਵਸਥਾ ਰੱਖ ਸਕਦੇ ਨੇ, ਉਹ ਵੀ ਧਨ ਦੌਲਤ ਰੱਖ ਸਕਦੇ ਨੇ, ਪਰ ਉਹ ਚਿੱਤ ਨਹੀਂ ਜੋੜਦੇ। ਫਰਕ ਇੰਨਾ ਹੁੰਦਾ ਹੈ ਕਿ ਚਿੱਤ ਪਰਮੇਸ਼ਰ ਨਾਲ ਜੋੜ ਕੇ ਰੱਖਦੇ ਨੇ ਅਤੇ ਸੰਸਾਰ ਦੀਆਂ ਵਸਤਾਂ ਵੀ ਪ੍ਰਾਪਤ ਕਰਦੇ ਨੇ, ਪਰ ਉਸ ਨੂੰ ਦੇਖਦੇ ਨੇ ਜਿਹਨੇ ਇਹ ਦਿੱਤਾ ਹੈ ਸਾਰਾ ਕੁਛ। ਅਭਿਮਾਨੀ ਪਰਮੇਸ਼ਰ ਨੂੰ ਨਹੀਂ ਦੇਖਦੇ, ਉਹ ਛੱਡ ਕੇ ਚਲੇ ਜਾਂਦੇ ਨੇ। ਅਤੇ ਜਿਹੜੇ ਪਰਮੇਸ਼ਰ ਨਾਲ ਜੁੜੇ ਨੇ ਉਹ ਸਮਝਦੇ ਨੇ, ਉਹਨਾਂ ਨੂੰ ਪਤਾ ਹੈ ਕਿ ਇਹ ਸਾਡਾ ਇੱਕ ਸੰਸਾਰਕ ਜੀਵਨ ਵਾਸਤੇ, ਜੀਵਨ ਬਤੀਤ ਕਰਨ ਵਾਸਤੇ ਸਾਡੀਆਂ ਲੋੜਾਂ ਨੇ, ਪਰ ਇਹ ਅਸੀਂ ਛੱਡ ਕੇ ਜਾਣੀਆਂ ਨੇ। ਇਸ ਕਰਕੇ ਪਰਮੇਸ਼ਰ ਨਾਲ ਚਿੱਤ ਜੋੜ ਕੇ ਰੱਖਦੇ ਨੇ ਵੀ ਇਹਨਾਂ ਨੇ ਅੱਗੇ ਨਹੀਂ ਜਾਣਾ, ਇਹ ਸੰਸਾਰ ਤੱਕ ਨੇ ਅਤੇ ਅੱਗੇ ਨਾਮ ਨੇ ਜਾਣਾ। ਇਸ ਕਰਕੇ ਅਗਲਾ ਜਿਹੜਾ ਧਨ ਹੈ, ਅੱਗੇ ਜਿਹਨੇ ਸਫ਼ਰ ਦੇ ਵਿੱਚ ਕੰਮ ਆਉਣਾ ਹੈ ਸਾਡੇ, ਉਸ ਨੂੰ ਵੀ ਸੰਭਾਲਦੇ ਹਾਂ, ਜਿਹਨੇ ਪਰਲੋਕ 'ਚ ਸਾਡੇ ਨਾਲ ਜਾਣਾ ਹੈ। ਕਿਉਂਕਿ ਉਸ ਨੂੰ ਅਭਿਮਾਨੀ ਨਹੀਂ ਸੰਭਾਲ ਸਕਦਾ, ਉਸ ਨੂੰ ਹੰਕਾਰੀ ਜੀਵ ਨਹੀਂ ਪ੍ਰਾਪਤ ਕਰ ਸਕਦਾ। ਉਸ ਨੂੰ ਇਹ ਸੰਭਾਲਦਾ ਹੈ ਜਿਹੜਾ ਹਉਮੈ ਤੋਂ ਰਹਿਤ ਹੋ ਜਾਂਦਾ ਹੈ, ਜਿਹੜਾ ਸਾਰਾ ਕੁਛ ਹੁੰਦੇ ਹੋਏ ਵੀ ਆਪਣਾ ਨਹੀਂ ਸਮਝਦਾ, ਉਸ ਪਰਮੇਸ਼ਰ ਦੀ ਦਾਤ ਸਮਝਦਾ ਹੈ। ਮਹਾਂ ਬਚਿੱਤਰ ਸੁੰਦਰ ਅਖਾੜੇ, ਰਣ ਮੈਂ ਜਿੱਤੇ ਪਵਾੜੇ। ਬਹੁਤ ਸੋਹਣੇ ਅਖਾੜੇ ਜਿਹੜੇ ਨੇ ਲਾਉਂਦੇ ਨੇ, ਜਿੱਥੇ ਸੁੰਦਰ ਰੰਗ ਬਣਦੇ ਨੇ। ਬਹੁਤ ਸਾਰੇ ਆਪਾਂ ਦੇਖਦੇ ਹਾਂ, ਆਪਾਂ ਵੀ ਵਿਆਹ ਸ਼ਾਦੀਆਂ ਦੇ ਵਿੱਚ ਅਖਾੜੇ ਲਾਉਂਦੇ ਹਾਂ, ਗਾਉਣੇ ਵਾਲੇ, ਨੱਚਣ ਵਾਲੇ। ਅਤੇ ਇੱਦਾਂ ਹੀ ਫਿਰ ਹੋਰ ਬੈਰ ਵਿਰੋਧ ਦੇ ਵਿੱਚ, ਰਣਾਂ ਦੇ ਵਿੱਚ, ਖੇਡਾਂ ਦੇ ਵਿੱਚ, ਰਣ ਮੈਦਾਨ ਨੂੰ ਕਹਿ ਦਿੰਦੇ, ਉਸ ਦੇ ਵਿੱਚ ਕੋਈ ਇਹ ਨਹੀਂ ਹੈ ਕਿ ਯੁੱਧ ਹੀ ਕਰਨਾ ਹੁੰਦਾ, ਉਸ ਦੇ ਵਿੱਚ ਅਸੀਂ ਖੇਡਦੇ ਵੀ ਹਾਂ। ਅਤੇ ਇਹਦੇ ਵਿੱਚ ਜੀਵ ਫਿਰ ਫਸਿਆ ਰਹਿੰਦਾ ਹੈ, ਕਦੇ ਖੇਡਾਂ ਦੇ ਵਿੱਚ ਦੇਖਦਾ ਹੈ, ਕਦੇ ਨਾਟਕ ਦੇਖਦਾ ਹੈ। ਇਹ ਸਾਰਾ ਕੁਛ ਦੇ ਬਾਰੇ ਦੱਸਦੇ ਨੇ। ਹੋਂ ਮਾਰੂ ਹੋਂ ਬੰਦੂ ਛੋਡੂ, ਮੁਖ ਤੇ ਇਹ ਬਵਾੜੇ। ਅਤੇ ਇੱਦਾਂ ਹੀ ਆਪਣੇ ਆਪ ਨੂੰ ਬੜਾ ਯੋਧਾ ਸਮਝ ਕੇ ਜੀਵ ਦੂਜੇ ਨੂੰ ਹੰਕਾਰ ਦੇ ਵਿੱਚ ਕਹਿੰਦਾ ਹੈ ਕਿ ਮੈਂ ਇਸ ਨੂੰ ਮਾਰ ਦਿਆਂਗਾ, ਇਸ ਨੂੰ ਮੈਂ ਛੱਡ ਦਿਆਂਗਾ, ਇਸ ਨੂੰ ਮੈਂ ਬੰਦ ਲਿਆਂਗਾ। ਇੱਦਾਂ ਮੁਖ ਤੋਂ ਬੋਲਦਾ ਰਹਿੰਦਾ ਹੈ,
ਜੀ ਮਨ ਵਿੱਚ ਹਰ ਸਮੇਂ ਕੁਛ ਨਾ ਕੁਛ ਸੋਚਦਾ ਰਹਿੰਦਾ ਹੈ, ਜਿਹੜਾ ਪ੍ਰਭੂ ਨੂੰ ਨਹੀਂ ਜਾਣਦਾ। ਆਇਆ ਹੁਕਮ ਪਾਰ ਬ੍ਰਹਮ ਕਾ, ਛੋੜ ਚੱਲਿਆ ਏਕ ਦਿਹਾੜੇ। ਕਿਉਂਕਿ ਜਿਸ ਕਾਰਜ ਨੂੰ ਆਇਆ ਉਹ ਨਹੀਂ ਕਰਦਾ, ਸਿਰਫ ਮਹਾਸੁੰਦਰ ਵਿਚਿੱਤਰ ਅਖਾੜਿਆਂ ਦੇ ਵਿੱਚ ਜਾਂ ਰਣਾਂ ਦੇ ਵਿੱਚ ਫਸਿਆ ਹੀ ਜੀਵ ਆਪਣੇ ਆਪ ਨੂੰ ਹੰਕਾਰ ਦੇ ਵਿੱਚ ਵੱਡਾ ਸਮਝਦਾ ਤੇ ਇੱਕ ਦਿਨ ਆ ਜਾਂਦਾ ਹੈ, ਪਰਮੇਸ਼ਰ ਦਾ ਹੁਕਮ ਆ ਜਾਂਦਾ ਹੈ ਵੀ ਜਾਓ ਉਸ ਨੂੰ ਪਕੜ ਕੇ ਲੈ ਕੇ ਆਓ। ਲਿਆਓ ਦੇਖੀਏ ਉਸਨੇ ਇੰਨਾ ਸਵਾਸਾਂ ਦਾ ਤਨ ਲੈ ਗਿਆ ਸੀ, ਕਿੱਥੇ ਖਰਚ ਕੀਤਾ ਹੈ। ਤੇ ਫਿਰ ਉਸਨੂੰ ਜੰਮ ਪਕੜ ਕੇ ਲੈ ਜਾਂਦੇ ਨੇ ਤੇ ਇੱਥੇ ਹੀ ਛੱਡ ਜਾਂਦਾ ਹੈ ਸਾਰਾ ਕੁਛ, ਕਿਉਂਕਿ ਉਸ ਤੋਂ ਫਿਰ ਲੇਖਾ ਵੀ ਲੈਣਾ ਹੈ। ਜਿੰਨਾ ਸਮਾਂ ਆਪਾਂ ਨੂੰ ਦਿੱਤਾ ਹੈ, ਗਿਣ ਕੇ ਦਿੱਤਾ ਹੈ ਸਵਾਸ ਦੇ ਦਿਨ, ਤੇ ਫਿਰ ਜਦੋਂ ਸਮਾਂ ਪੂਰਾ ਹੋ ਜਾਂਦਾ ਹੈ, ਫਿਰ ਪਰਮੇਸ਼ਰ ਦਾ ਹੁਕਮ ਹੁੰਦਾ ਹੈ ਕਿ ਜਾਓ ਉਸ ਨੂੰ ਲੈ ਕੇ ਆਓ, ਪਕੜ ਕੇ ਲੈ ਕੇ ਆਓ, ਉਸ ਤੋਂ ਲੇਖਾ ਲਈਏ ਉਸਨੇ ਸਵਾਸਾਂ ਨੂੰ ਕਿੱਥੇ ਖਰਚਿਆ ਹੈ, ਕਿਆ ਖੱਟਿਆ ਹੈ, ਕਿੱਥੇ ਗਵਾਇਆ ਹੈ। ਫਿਰ ਉਸ ਨੂੰ ਲੈ ਜਾਂਦੇ ਨੇ। ਕਰਮ ਧਰਮ ਜੁਗਤ ਬਹੁ ਕਰਤਾ, ਕਰਨਾ ਹਾਰ ਨਾ ਜਾਣੇ। ਇੱਦਾਂ ਹੀ ਸੰਸਾਰ ਦੇ ਵਿੱਚ ਕਰਮ ਧਰਮ ਤਾਂ ਬਹੁਤ ਕਰਦਾ ਹੈ, ਆਪਣੀ ਮਤ ਦੁਆਰਾ ਬਹੁਤ ਸਾਰੇ ਕਰਮ ਕਰਦਾ ਹੈ, ਧਰਮ ਦੇ ਪਖੰਡ, ਪਰ ਉਸ ਪਰਮੇਸ਼ਰ ਨੂੰ ਨਹੀਂ ਜਾਣਦਾ। ਕਿਉਂਕਿ ਜਿਸ ਨੇ ਪਰਮੇਸ਼ਰ ਨੂੰ ਜਾਣ ਲਿਆ ਉਹ ਪਖੰਡ ਨਹੀਂ ਕਰਦਾ, ਪਰਮੇਸ਼ਰ ਨੂੰ ਧਿਆਉਂਦਾ ਹੈ, ਕਿਉਂਕਿ ਚਿੱਤ ਜੋੜਨਾ ਹੈ। ਸੰਸਾਰਿਕ ਕਰਮ ਵੀ ਕਰਨੇ ਨੇ, ਸਿਰਫ ਪਰਮੇਸ਼ਰ ਨਾਲ ਚਿੱਤ ਜੋੜਨਾ ਹੈ, ਪਖੰਡ ਨਹੀਂ ਕਰਨਾ ਧਰਮੀ ਹੋਣ ਦਾ ਕਿਸੇ ਕਰਮ ਕਿਸਮ ਦਾ। ਤੇ ਜਿਹੜੇ ਉਹੀ ਕਰਦੇ ਨੇ ਜਿਨ੍ਹਾਂ ਨੇ ਪ੍ਰਭੂ ਨੂੰ ਨਹੀਂ ਜਾਣਿਆ। ਕਰਮ ਧਰਮ ਜੁਗਤ ਬਹੁ ਕਰਤਾ, ਕਰਨਾ ਹਾਰ ਨਾ ਜਾਣਾ। ਉਪਦੇਸ਼ ਕਰੇ ਆਪ ਨਾ ਕਮਾਵੇ, ਤਤ ਸ਼ਬਦ ਨਾ ਪਛਾਨੈ। ਤਤ ਸ਼ਬਦ ਦੀ ਉਹਨਾਂ ਨੂੰ ਪਹਿਚਾਣ ਨਹੀਂ, ਤਤ ਗਿਆਨ ਦਾ ਪਤਾ ਨਹੀਂ। ਤਤ ਗਿਆਨ ਜਿਹੜਾ ਇੱਕ ਓਂਕਾਰ ਹੈ ਉਸ ਦੀ ਉਹਨਾਂ ਨੂੰ ਸੋਝ ਹੀ ਨਹੀਂ ਹੈ। ਤੇ ਦੂਜਿਆਂ ਨੂੰ ਉਪਦੇਸ਼ ਕਰਦਾ ਹੈ, ਆਪ ਕਮਾਉਂਦਾ ਨਹੀਂ ਹੈ। ਨਾਂਗਾ ਆਇਆ ਨਾਂਗੋ ਜਾਸੀ, ਜਿਉਂ ਹਸਤੀ ਖਾਕ ਛਾਨੈ। ਉਹਨਾਂ ਦਾ ਹਾਲ ਕਿਹੋ ਜਿਹਾ ਹੈ ਕਿ ਨੰਗਾ ਹੀ ਆਉਂਦਾ ਹੈ, ਨੰਗਾ ਹੀ ਜਾਂਦਾ ਹੈ, ਕਿਉਂਕਿ ਜਾਣਾ ਕਿਵੇਂ ਸੀ, ਨਾਮ ਦਾ ਕੱਪੜਾ ਪਹਿਨ ਕੇ। ਨਾਮ ਦਾ ਕੱਪੜਾ ਮਨ ਨੇ ਪਹਿਨਣਾ ਸੀ, ਜਦੋਂ ਨਾਮ ਦਾ ਕੱਪੜਾ ਜਦੋਂ ਆ ਗਿਆ ਨਾਮ ਨੂੰ ਭੁੱਲ ਗਿਆ। ਪਹਿਲਾਂ ਨਾਮ ਦਾ ਕੱਪੜਾ ਪਹਿਨਿਆ ਸੀ ਮਨ ਨੇ, ਪਰ ਜਿਉਂ ਸੰਸਾਰ 'ਚ ਆ ਕੇ ਮਿਲਿਆ ਤੇ ਨੰਗਾ ਹੋ ਗਿਆ। ਨੰਗਾ ਹੀ ਫਿਰ ਜਾਂਦਾ ਹੈ, ਕਿਉਂਕਿ ਇਹ ਕੱਪੜਾ ਜਿਹੜਾ ਆਪਾਂ ਲੈ ਕੇ ਆਏ ਇਹ ਮਨੁੱਖਾਂ, ਇਹ ਵੀ ਇੱਥੋਂ ਉਤਾਰ ਲਿਆ ਜਾਂਦਾ ਹੈ। ਨਾਮ ਦਾ ਕੱਪੜਾ ਜਾਣਿਆ ਨਹੀਂ, ਇਸ ਕਰਕੇ ਹਾਲਤ ਕਿਹੋ ਜਿਹੀ ਹੈ ਕਿ ਤਨ ਨਾਲ ਜੁੜਿਆ ਰਹਿੰਦਾ ਹੈ। ਤਨ ਨੂੰ ਭਸਮ ਦੀ ਢੇਰੀ ਕਿਹਾ ਹੈ, ਮਿੱਟੀ ਦੀ ਢੇਰੀ ਕਿਹਾ ਹੈ, ਮਾਟੀ ਦਾ ਪੁੱਤਰਾ ਕਿਹਾ ਹੈ। ਜਿਵੇਂ ਹਾਥੀ ਹੈ ਮਿੱਟੀ 'ਚ ਲਿੜਦਾ ਹੈ, ਆਪਣੇ ਆਪ 'ਤੇ ਮਿੱਟੀ ਪਾਉਂਦਾ ਹੈ, ਇੱਦਾਂ ਹੀ ਸਾਡਾ ਮਨ ਜਿਹੜੇ ਬਾਹਰੀ ਪਖੰਡ ਕਰਦਾ ਹੈ, ਇਸ ਤਨ ਨਾਲ ਕਰਦਾ ਹੈ। ਇਹ ਹਾਥੀ ਦੀ ਨਹੀਂ ਹੈ, ਕਿਉਂਕਿ ਤਨ ਤੱਕ ਹੀ ਸੀਮਤ ਹੈ। ਤਨ ਇੱਕ ਢੇਰੀ ਹੈ, ਇਸ ਦੇ ਵਿੱਚ ਹੀ ਫਸਿਆ ਰਹਿੰਦਾ ਹੈ ਤੇ ਅਖੀਰ ਨੰਗਾ ਚਲੇ ਜਾਂਦਾ ਹੈ। ਜੋ ਲੈ ਕੇ ਜਾਣਾ ਸੀ ਨਾਮ ਦਾ ਕੱਪੜਾ, ਸਿਰਫ ਸਲਾਹ ਦਾ ਧਨ ਦੌਲਤ, ਜਿਹੜਾ ਸੱਚਾ ਖਜ਼ਾਨਾ ਸੀ, ਨਾਮ ਦਾ ਖਜ਼ਾਨਾ ਸੀ, ਉਹ ਪ੍ਰਾਪਤ ਨਹੀਂ ਕਰਦਾ। ਸੰਤ ਸਜਨ ਸੁਣੋ ਸਭ ਮੀਤਾ, ਝੂਠਾ ਇਹੋ ਪਸਾਰਾ। ਤੇ ਉਹ ਸਤਿਗੁਰੂ ਸਮਝਾਉਂਦੇ ਨੇ ਸਾਨੂੰ ਕਿ ਭਾਈ ਸੰਤ ਸਜਨ ਸੁਣੋ ਸਭ ਮੀਤਾ। ਵੀ ਸੰਤ ਜਿਹੜੇ ਨੇ, ਸਜਣ ਨੇ, ਜਿਨ੍ਹਾਂ ਨੂੰ ਇਹ ਸੋਝੀ ਹੋ ਗਈ ਹੈ, ਜਿਨ੍ਹਾਂ ਨੇ ਇੱਕ ਦੇ ਨਾਲ ਚਿੱਤ ਜੋੜਿਆ ਹੈ, ਜਿਹੜੇ ਇੱਕ ਨਾਲ ਚਿੱਤ ਜੋੜਦੇ ਨੇ, ਉੱਠਦੇ ਬਹਿੰਦੇ ਸੌਂਦੇ ਜਾਗਦੇ ਉਸ ਨੂੰ ਧਿਆਉਂਦੇ ਨੇ, ਉਹਨਾਂ ਨੂੰ ਸੁਣੋ। ਇਹ ਸੰਸਾਰ ਦਾ ਜਿਹੜਾ ਪਸਾਰਾ ਹੈ ਇਹ ਤਾਂ ਸਾਰਾ ਝੂਠਾ ਹੈ। ਮੇਰੀ ਮੇਰੀ ਕਰ ਕਰ ਡੂਬੇ, ਖਪ ਖਪ ਮੂਏ ਗਵਾਰਾ। ਵੀ ਇਹ ਸੰਸਾਰ ਤਾਂ ਮੇਰੀ ਮੇਰੀ ਕਰਕੇ
ਡੁੱਬ ਜਾਂਦਾ ਹੈ, ਖੱਪ ਖੱਪ ਕੇ ਮਰਦਾ ਹੈ। ਇਸ ਕਰਕੇ ਤੁਸੀਂ ਸੰਤ ਸੱਜਣਾ ਤੋਂ ਇਹ ਗਿਆਨ ਲਓ। ਕਿਹੜਾ ਗਿਆਨ ਲੈਣਾ ਹੈ? ਗੁਰ ਮਿਲ ਨਾਨਕ ਨਾਮ ਧਿਆਇਆ, ਸੱਚ ਨਾਮ ਨਿਸਤਾਰਾ। ਸੰਤ ਜਨ ਸਾਨੂੰ ਗੁਰ ਦਾ ਗਿਆਨ ਦਿੰਦੇ ਨੇ। ਜਿਹੜੇ ਸੰਤਾਂ ਨੂੰ ਸੁਣਦੇ ਨੇ, ਪਰ ਸੰਤ ਕਿਹੜੇ ਨੇ? ਜਿਨ੍ਹਾਂ ਦਾ ਦੇਖਣ ਬ੍ਰਹਮ ਹੈ, ਜਿਨ੍ਹਾਂ ਦੇ ਹਿਰਦੇ 'ਚ ਸਭ ਧਰਮ ਨੇ। ਸੰਤ ਜਨਾਂ ਕਾ ਪੇਖਣ ਸਭ ਬ੍ਰਹਮ, ਸੰਤ ਜਨਾਂ ਕਾ ਹਿਰਦਾ ਸਭ ਧਰਮ। ਸੰਤ ਜਨਾਂ ਸੁਨੋ ਸੋ ਬਚਨ, ਸਰਬ ਵਿਆਪੀ ਰਾਮ ਸੰਗ ਰਚਨ। ਜਿਨ ਜਾਤਾ ਤਿਸ ਕੀ ਇਹ ਰਹਿਤ। ਇਹ ਉਹਨਾਂ ਦੀ ਹੀ ਰਹਿਤ ਹੈ ਜਿਨ੍ਹਾਂ ਨੇ ਜਾਣ ਲਿਆ ਹੈ। ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋ ਸੁਖ, ਜੋ ਜੋ ਹੋਏ ਸੋਈ ਸੁਖ ਮਾਨੈ। ਕਰਨ ਕਰਾਵਨ ਹਾਰ ਪ੍ਰਭ ਜਾਨੈ, ਅੰਤਰ ਵਸਾ ਬਾਹਰ ਪਿਓਹੀ। ਨਾਨਕ ਦਰਸ਼ਨ ਦੇਖ ਸਭ ਮੋਹੀ। ਐਸੇ ਸੰਤ ਸੱਜਣ ਨੇ ਜਿਹੜੇ, ਉਹਨਾਂ ਨੂੰ ਸੁਣੋ। ਉਹ ਫਿਰ ਸਾਨੂੰ ਗੁਰ ਦਾ ਗਿਆਨ ਦਿੰਦੇ ਨੇ। ਗੁਰ ਨੂੰ ਮਿਲ ਕੇ ਫਿਰ ਨਾਮ ਨੂੰ ਧਿਆਉਣ ਦੇ ਨਾਲ ਸੱਚ ਨਾਮ ਨੂੰ ਆਧਾਰ ਬਣਾ ਲੈਂਦੇ ਨੇ, ਅਤੇ ਇੱਦਾਂ ਹੀ ਆਪਣਾ ਜੀਵਨ ਸਫਲ ਹੁੰਦਾ ਹੈ। ਬਾਕੀ ਜੋ ਸੰਸਾਰਿਕ ਵਸਤਾਂ ਨੇ, ਇਹ ਸਾਡੀ ਪ੍ਰਲਬਧ ਹੈ। ਕਿਸੇ ਕੋਲ ਥੋੜ੍ਹੀਆਂ ਨੇ, ਕਿਸੇ ਕੋਲ ਜ਼ਿਆਦਾ ਨੇ, ਕਿਉਂਕਿ ਆਪਣੇ ਕਰਮਾਂ ਦੇ ਨਾਲ ਹੈ। ਪਰ ਇੱਥੇ ਤੱਕ ਸੀਮਤ ਨਾ ਰਹੋ। ਉਸ ਨੂੰ ਦੇਖੋ ਜਿਹਨੇ ਇਹ ਸਾਰਾ ਕੁਝ ਸਾਨੂੰ ਦਿੱਤਾ ਹੈ। ਇਹ ਸਾਡੀ ਪਿਛਲੀ ਪ੍ਰਲਬਧ ਅਨੁਸਾਰ ਸਾਨੂੰ ਮਿਲਦਾ ਹੈ। ਪਰ ਜੇ ਇੱਥੇ ਤੱਕ ਹੀ ਸੀਮਤ ਰਹੇ, ਫਿਰ ਇੱਕ ਦਿਨ ਇਹ ਸਾਰਾ ਕੁਝ ਛੱਡ ਜਾਣਾ ਹੈ। ਜਿਸ ਨਾਮ ਨਾ ਕੱਪੜਾ ਪਹਿਨ ਕੇ ਜਾਣਾ ਸੀ, ਜਿੱਥੇ ਸਾਨੂੰ ਆਪਣੇ ਘਰ ਦੇ ਵਿੱਚ ਮਾਣ ਇੱਜ਼ਤ ਮਿਲਣਾ ਸੀ, ਉਹ ਪ੍ਰਾਪਤ ਨਹੀਂ ਕਰਦੇ। ਫਿਰ ਜੀਵ ਆਪਣਾ ਜੀਵਨ ਹਾਰ ਜਾਂਦੇ ਨੇ। ਜਿਹੜੇ ਨਾਮ ਨੂੰ ਧਿਆਉਂਦੇ ਨੇ, ਗੁਰ ਦਾ ਗਿਆਨ ਲੈ ਕੇ, ਸੰਤ ਸੱਜਣ ਤੋਂ ਗੁਰ ਦਾ ਗਿਆਨ ਲੈ ਕੇ ਉਸ ਨੂੰ ਧਿਆਉਂਦੇ ਨੇ, ਉਹ ਆਪਣੇ ਜੀਵਨ ਨੂੰ ਜਿੱਤ ਕੇ ਜਾਂਦੇ ਨੇ। ਇਸ ਕਰਕੇ ਚਿੱਤ ਕਿਸ ਨਾਲ ਜੋੜਨਾ ਹੈ? ਇੱਕ ਪਰਮੇਸ਼ਰ ਦੇ ਨਾਲ। ਉੱਠਦੇ ਬਹਿੰਦੇ ਸੌਂਦੇ ਜਾਗਦੇ ਇੱਕ ਨੂੰ ਧਿਆਉਣਾ ਹੈ। ਉੱਠਤ ਬੈਠਤ ਸੋਗਤ ਜਾਗਤ ਸਦਾ ਸਦਾ ਹਰ ਧਿਆਈ। ਕਿਉਂਕਿ ਧਿਆਉਣ ਦੇ ਵਿੱਚ ਹੈ ਪਰਮੇਸ਼ਰ। ਧਿਆਨ ਪਰਮੇਸ਼ਰ ਵੱਲ ਜੁੜਿਆ ਰਹੇ, ਅਤੇ ਬਾਕੀ ਕਰਮ ਵੀ ਕਰਦੇ ਰਹੀਏ, ਸੰਸਾਰ ਦੀਆਂ ਖੁਸ਼ੀਆਂ ਵੀ ਮਾਣਦੇ ਰਹੀਏ, ਹੱਸਦੇ ਖੇਡਦੇ, ਹਸੰਦਿਆਂ ਖਲੰਦਿਆਂ ਪਨੰਦਿਆਂ ਖਵੰਦਿਆਂ ਵਿੱਚੇ ਹੋਈਏ ਮੁਕਤ। ਆਓ ਅਗਲਾ ਸ਼ਬਦ ਫਿਰ ਰਾਗਾ ਆਸਾ ਘਰ ਪੰਜਵਾਂ ਮਹੱਲਾ ਪੰਜਵਾਂ। ਹੁਣ ਘਰ ਪੰਜਵਾਂ ਹੈ, ਮਹੱਲੇ ਪੰਜਵੇਂ ਦਾ ਸ਼ਬਦ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਇੱਕ ਹੀ ਗਿਆਨ ਹੈ ਓਂਕਾਰ ਦਾ, ਸੱਚਾ ਗੁਰ, ਸੱਚਾ ਉਪਦੇਸ਼ ਹੈ ਇੱਕ ਓਂਕਾਰ। ਉਸ ਦੀ ਕਿਰਪਾ ਸਦਕਾ ਹੀ ਸਾਡਾ ਪ੍ਰਭੂ ਨੂੰ ਮਿਲਾਪ ਹੁੰਦਾ, ਉਸ ਨੂੰ ਜਾਣ ਸਕਦੇ ਹਾਂ। ਉਸ ਦੀ ਕਿਰਪਾ ਨਾਲ ਹੀ ਉਸ ਦੇ ਗੁਣ ਗਾ ਸਕਦੇ ਹਾਂ। ਜੋ ਵੀ ਹੈ ਉਸ ਦੀ ਕਿਰਪਾ ਸਦਕਾ ਹੀ ਸਾਨੂੰ ਪ੍ਰਾਪਤ ਹੁੰਦਾ ਹੈ। ਆਓ ਇਹ ਸ਼ਬਦ ਹੈ, ਇਸ ਦੇ ਵਿੱਚ ਕੁਝ ਰਹੋ ਪੰਕਤੀ ਨਹੀਂ ਹੈ। ਦੋ ਦੋ ਪੰਕਤੀਆਂ ਦੇ ਇੱਕ ਪਦ ਹੈ। ਆਓ ਕੀ ਸਮਝਾਉਂਦੇ ਨੇ? ਭਰਮ ਮਹਿ ਸੋਈ ਸਗਲ ਜਗਤ ਤੰਦ ਅੰਧ। ਕਿ ਸਾਰਾ ਸੰਸਾਰ ਜਗਤ ਧੰਦਿਆਂ ਦੇ ਵਿੱਚ, ਅੰਧਾ ਧੰਦਿਆਂ ਵਿੱਚ ਫਸ ਕੇ ਸੁੱਤਾ ਹੋਇਆ ਹੈ, ਭਰਮ ਦੇ ਵਿੱਚ ਪਿਆ ਹੈ। ਪਿੱਛੇ ਜਿਵੇਂ ਵਿਚਾਰ ਕੇ ਆਏ ਹਾਂ, ਉਹਨਾਂ ਦੇ ਵਿੱਚ ਫਸਿਆ ਹੈ ਜੀਵ। ਇੱਕ ਨਹੀਂ, ਸਾਰਾ ਜਗਤ ਹੀ, ਸਗਲ ਜਗਤ ਤੰਦ ਅੰਧ। ਕੋ ਜਾਗੈ ਹਰ ਜਨ। ਕੋਈ ਵਿਰਲਾ ਹਰੀ ਦਾ ਜਨ ਹੀ ਜਾਗਦਾ ਹੈ। ਮਹਾ ਮੋਹਣੀ ਮਗਨ ਪਿਰਿਆ ਪ੍ਰੀਤ ਪ੍ਰਾਣ। ਜਿਹੜੀ ਇਹ ਮਾਇਆ ਹੈ, ਮਨ ਇਸ ਦੇ ਵਿੱਚ ਮਗਨ ਰਹਿੰਦਾ, ਕਿਉਂਕਿ ਮਨ ਨੂੰ ਮੋਹਦੀ ਹੈ। ਦ੍ਰਿਸ਼ਟਮਾਨ ਚੀਜ਼ਾਂ ਮਨ ਨੂੰ ਮੋਹਦੀਆਂ ਨੇ। ਇਸ ਕਰਕੇ ਇਹਦੇ ਵਿੱਚ ਹੀ ਸੰਸਾਰ ਮਗਨ ਹੈ। ਲੇਕਿਨ ਕੋਈ ਵਿਰਲੇ ਨੇ ਜਿਨ੍ਹਾਂ ਦੀ ਪ੍ਰੀਤ ਪ੍ਰਭੂ ਦੇ ਨਾਲ ਹੈ, ਜਿਹੜਾ ਪ੍ਰਾਣ ਦੇ ਕੇ ਸਾਨੂੰ ਜਿੰਦਾ ਰੱਖਦਾ ਹੈ। ਪਿਰਿਆ ਪ੍ਰੀਤ
प्राण, को त्यागै बिरला। कोई विरला ही त्यागदा है इस माया मोहनी नूं। त्यागना की है कि ध्यान इधरों तोड़ के मालक ना जोड़ना है। फिर ये माया नहीं रहिंदी। फिर ये भी अमृत बन जाता है जदों साडा ध्यान परमेश्वर नाल जुड़ जाता है। फिर उसका दिता भी प्रवान हो जाता है, क्योंकि असीं उसनूं जान लिया जिन्हें ये दिता है सारा कुछ। पर इसनूं कोई विरला ही ध्यान द्वारा त्याग के परमेश्वर नाल ध्यान नूं जोड़दा है, क्योंकि ये नहीं हुंदा कि असीं धन दौलत त्यागना है। एक उदाहरण है जो वेदां शास्त्रां दे विच मिलदी है। जिवें राम अपने जनक जी होए ने, राजा जनक जी जिसनूं गुरमुख दा खिताब है, उन्हां राज भी कीता, धन दौलत दे विच भी रहे, लेकिन फिर भी उदासी रखी, त्यागी रहे, चित परमेश्वर नाल पल जोड़ के रखिया। ते एक राजा ऐसा भी होया है जो हरिचंद होया है, जिसने दान दे विच अपना राज भाग ही दान कर दिता, लेकिन फिर बड़ा औखा होया, तंग होया, जिसका बहुत लम्मा एक विस्तार है कि पुत्र की मौत हो गई, पुत्र नूं दबण वास्ते पैसे भी नहीं सी, मंगदा फिरदा सी। इस करके सानू समझाया है कि त्यागना किवें है कि चित इधरों तोड़ के माया च जोड़ना है, विच रह के गुरमुख माया विच उदासी। चित द्वारा उदासी लेनी है, परमेश्वर दे नाल चित नूं जोड़ना है। चरण कमल अनूप हर संत मंत। प्रभु दे चरण कमल अनूप, जिथे साडा मुख उजल है, जिथे साडा एक सुंदर रूप है। हर संत मंत, जिहड़े हरि दे संत ने, उन्हां दे कोल फिर एक ज्ञान है, जिहड़ा ज्ञान जिहदे द्वारा सानू अपने असली रूप का ज्ञान हुंदा है, जिहड़ा साडा सुंदर रूप है। कऊ लागै साधु। कोई जीव जदों मालिक किरपा करदा है, किसे नूं फिर ये ड्यूटी लाउंदा है, एक पदवी है, ड्यूटी ला देंदा है साधु दी भी हुण तुसीं जाके ये ज्ञान देना है। जिस नूं लाउंदा वो लगदा है, पर उन्हां दा अपना रूप पहला सुंदर हुंदा है, अनूप हो जाता है। फिर वो जीवां नूं ये मंत्र किहड़ा है, गुर दा ज्ञान, जिन्हों गुर मंत्र भी कहते, वो फिर देंदे ने। पर कदों देंदा? जदों परमेश्वर किसे नूं लाउंदा है, संसार दे विच किसे नूं जगाउंदा है, जगा के फिर ये ज्ञान दे के संसार दे विच कि हुण तुसीं जीवां नूं ये ज्ञान देना है, जिहदे नाल असीं अपने आप नूं पहचान सकते हाँ। नानक साधु संग जानै ज्ञान रंग। ते फिर सतगुर समझाउंदे ने कि साधु दा संग करके ज्ञान द्वारा फिर असीं उस नाम रंग नूं जान सकते हाँ। बड़ भागे किरपा, पर कौन जानता है? कोई बड़भागी होएगा। प्रभु किरपा करता है, बड़भागी बनाउंदा है, उन्हां नूं फिर साधु जनां दा संग बख्शिश करता है, क्योंकि सुत्ते संसार चों किसी एक नूं जगाउंदा है ते उस नूं जगा के फिर उस नूं ड्यूटी लाउंदा है साधु दी। फिर कोई फिर बड़भागी ने जिहड़े साधु जनां दा संग करते हैं।
ਬੜਭਾਗੀ ਸੰਗਤ ਪਾਵੈ, ਭਾਗਹੀਣ ਪਰਮ ਝੋਟਾ ਖਾਵੈ। ਜਿਹੜਾ ਭਾਗਾਂ ਤੋਂ ਹੀਣਾ ਹੈ ਉਹ ਸਾਧੂ ਜਨਾਂ ਦੀ ਸੰਗਤ ਦੇ ਵਿੱਚ ਨਹੀਂ ਆ ਸਕਦਾ। ਉਹ ਹੀ ਆਉਂਦਾ ਹੈ ਜਿਹੜਾ ਬੜਭਾਗੀ ਹੈ। ਸਰਨ ਜੋਗ ਸੁਨ ਸਰਨੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ। ਉਹ ਹੀ ਆਉਂਦੇ ਨੇ ਜਿਹੜੇ ਸਰਨ ਦੇ ਯੋਗ ਹੁੰਦੇ ਨੇ, ਉਹ ਸਰਨ ਵਿੱਚ ਆਉਂਦੇ ਨੇ। ਆ ਪ੍ਰਭੂ ਕਿਰਪਾ ਕਰਕੇ ਮਿਲਾਉਂਦਾ ਹੈ। ਇਸ ਕਰਕੇ ਆਪਣੇ ਆਪ ਜੀਵ ਨਾ ਤਾਂ ਸਾਨੂੰ ਗਿਆਨ ਹੋ ਸਕਦਾ ਹੈ ਅਤੇ ਨਾ ਅਸੀਂ ਸਾਧੂ ਜਨਾਂ ਦਾ ਸੰਗ ਕਰ ਸਕਦੇ ਹਾਂ ਜਦ ਤੱਕ ਸਾਡੇ 'ਤੇ ਪ੍ਰਭੂ ਦੀ ਕਿਰਪਾ ਦ੍ਰਿਸ਼ਟੀ ਨਹੀਂ ਹੁੰਦੀ। ਆਓ ਅਗਲਾ ਸ਼ਬਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਤਿਗੁਰ ਦੀ ਕਿਰਪਾ। ਸਤਿਗੁਰ ਇੱਕ ਹੀ ਹੈ। ਸੱਚਾ ਉਪਦੇਸ਼, ਸੱਚਾ ਗੁਰ, ਸੱਚਾ ਮੰਤਰ ਇੱਕ ਹੀ ਹੈ। ਸੱਚੀ ਸਾਖੀ ਉਸੇ ਦੀ ਕਿਰਪਾ ਸਦਕਾ ਹੀ ਸਾਨੂੰ ਇਹ ਸੋਝੀ ਹੁੰਦੀ ਹੈ, ਗਿਆਨ ਹੁੰਦਾ ਹੈ। ਰਾਗ ਆਸਾ ਕਰ ਛੇਵਾਂ, ਮਹੱਲਾ ਪੰਜਵਾਂ। ਆਸਾ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਕਰ ਛੇਵਾਂ। ਰਹਾਉ ਪੰਕਤੀਆਂ ਨੇ। ਤੇਰੇ ਜਨ ਰਸਕ ਰਸਕ ਗੁਣ ਗਾਵੇ। ਵੀ ਤੇਰੇ ਜਿਹੜੇ ਜਨ ਨੇ ਰਸਕ ਰਸਕ ਗੁਣ ਗਾ, ਉਸ ਪ੍ਰਭੂ ਦੇ ਰਸ ਦੇ ਵਿੱਚ ਰਤ ਕੇ ਤ੍ਰਿਪਤ ਹੋ ਕੇ ਫਿਰ ਗੁਣ ਗਾਉਂਦਾ ਹੈ। ਦੋ ਤਰ੍ਹਾਂ ਦੇ ਜੀਵ ਗੁਣ ਗਾਉਂਦੇ ਨੇ। ਇੱਕ ਗਾਉਂਦੇ ਨੇ ਮਾਇਆ ਦੇ ਰਸਕ ਦੇ ਵਿੱਚ, ਮਾਇਆ ਵਾਸਤੇ। ਇੱਕ ਗਾਉਂਦੇ ਨੇ ਹਰੀ ਦੇ ਰਸ ਦੇ ਵਾਸਤੇ, ਉਹਦੇ ਵਿੱਚ ਰੱਤੇ ਗਾਉਂਦੇ ਨੇ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਪ੍ਰਭੂ ਨੂੰ ਕਿਹੜੇ ਪਾਉਂਦੇ ਨੇ, ਜਿਹੜੇ ਉਹਦੇ ਰੰਗ 'ਚ ਰੱਤ ਕੇ ਗਾਉਂਦੇ ਨੇ। ਸੇ ਤੁਧ ਗਾਵਨ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਗਾਵਨ ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਜਿਹੜੇ ਉਹਦੇ 'ਚ ਰੱਤੇ ਨੇ, ਉਹਦੇ ਰਸਕ ਦੇ ਵਿੱਚ, ਉਹ ਫਿਰ ਜਿਹੜੇ ਗੁਣ ਗਾਉਂਦੇ ਨੇ ਉਹ ਪ੍ਰਭੂ ਦੇ ਜਨ ਨੇ। ਮਸਲਤ ਮਤਾ ਸਿਆਣਪ ਜਨ ਕੀ, ਜੋ ਤੂੰ ਕਰੈ ਕਰਾਵੇ। ਇਸ ਕਰਕੇ ਉਹਨਾਂ ਦੀ ਆਪਣੀ ਕੋਈ ਸਿਆਣਪ ਨਹੀਂ, ਉਹਨਾਂ ਦੀ ਕੋਈ ਆਪਣੀ ਮਸਲਤ ਨਹੀਂ, ਕਿਉਂਕਿ ਉਹਨਾਂ ਨੂੰ ਫਿਰ ਪ੍ਰਭੂ ਆਪ ਜਿਵੇਂ ਚਲਾਉਂਦਾ ਉਵੇਂ ਚੱਲਦੇ ਨੇ। ਜਿਵੇਂ ਪ੍ਰਭੂ ਉਹਨਾਂ ਤੋਂ ਕਰਵਾਉਂਦਾ ਉਵੇਂ ਕਰਦੇ ਨੇ। ਉਹਨਾਂ ਦੀ ਆਪਣੀ ਮਤ ਨਹੀਂ, ਉਹਨਾਂ ਕੋਲ ਮਤ ਕਿਸ ਦੀ ਹੈ? ਪ੍ਰਭੂ ਦੀ। ਉਹ ਪ੍ਰਭੂ ਦੀ ਮਤ ਦੁਆਰਾ ਚੱਲਦੇ ਨੇ। ਜਿਵੇਂ ਉਹਨਾਂ ਤੋਂ ਕੁਛ ਕਰਾਉਂਦਾ ਹੈ, ਜਿਵੇਂ ਉਹਨਾਂ ਨੂੰ ਚਲਾਉਂਦਾ ਹੈ, ਉਵੇਂ ਚੱਲਦੇ ਨੇ। ਆਪਣੀ ਮਤ ਨਹੀਂ ਵਰਤਦੇ। ਉਹ ਫਿਰ ਉਹਦੇ ਰਸ ਦੇ ਵਿੱਚ ਰਸਕ ਕੇ ਗੁਣ ਗਾਉਂਦੇ ਨੇ ਜਿਹੜੇ ਪ੍ਰਭੂ ਦੇ ਜਨ ਨੇ। ਇਹ ਰਹੋ ਪੰਕਤੀਆਂ ਨੇ। ਜੋ ਤੁਧ ਭਾਵੈ ਸੋ ਪਰਵਾਨਾ, ਸੂਖ ਸਹਿਜ ਮਨ ਸੋਈ। ਜੋ ਪ੍ਰਭੂ ਨੂੰ ਪਾਉਂਦਾ ਹੈ ਉਸੇ ਨੂੰ ਪ੍ਰਵਾਨ ਕਰਦੇ ਨੇ। ਉਹੀ ਜੋ ਕਰਾਉਂਦਾ ਉਹੀ ਕਰਦੇ ਨੇ, ਕਿਉਂਕਿ ਅੱਗੇ ਫਿਰ ਉਹੀ ਪ੍ਰਵਾਨ ਹੈ। ਉਸੇ ਨੂੰ ਗੁਰਬਾਣੀ ਦੇ ਵਿੱਚ ਪ੍ਰਵਾਨਾ ਵੀ ਕਹਿ ਦਿੱਤਾ ਹੈ। ਮਤ ਪਤ ਪੂਰੀ ਪੂਰਾ ਪ੍ਰਵਾਨਾ, ਨਾ ਆਵੇ ਨਾ ਜਾਸੀ, ਨਾਨਕ ਗੁਰਮੁਖ ਆਪ ਪਛਾਣੇ, ਪ੍ਰਭ ਜੈਸੇ ਅਬਿਨਾਸੀ। ਉਹ ਸ਼ਬਦ, ਉਹ ਗਿਆਨ, ਪਰ ਕਦੋਂ? ਜਦੋਂ ਆਪ ਪ੍ਰਭੂ ਚਲਾਉਂਦਾ। ਜਿੱਥੇ ਆਪਣੀ ਮਤ ਨਹੀਂ, ਪ੍ਰਭੂ ਦੀ ਮਤ ਅਨੁਸਾਰ ਜੀਵ ਚੱਲਦਾ ਹੈ, ਉਹੀ ਫਿਰ ਸੁਖ ਸਹਿਜ ਮਨ ਸੋਈ। ਉਹੀ ਫਿਰ ਸੁਖ ਪ੍ਰਾਪਤ ਕਰਦਾ ਹੈ, ਕਿਉਂਕਿ ਸੁਖ ਕਿੱਥੇ ਹੈ? ਚੌਥੇ ਪਦ ਵਿੱਚ। ਫਿਰ ਪ੍ਰਭੂ ਉਸ ਨੂੰ ਉੱਥੇ ਵਸਾ ਲੈਂਦਾ ਜਿੱਥੇ ਆ ਵਸਦਾ ਹੈ, ਜਿੱਥੇ ਸੁਖ ਨੇ। ਕਰਨ ਕਾਰਨ ਸਮਰੱਥ ਅਪਾਰਾ, ਅਵਰ ਨਾਹੀ ਰੇ ਕੋਈ। ਕਿਉਂਕਿ ਕਰਨ ਕਾਰਨ ਸਮਰੱਥ ਉਹ ਪ੍ਰਭੂ ਹੀ ਹੈ, ਆਪ ਹੈ, ਅਪਾਰ ਹੈ, ਦੂਜਾ ਨਹੀਂ। ਅਵਰ ਨਾਹੀ ਰੇ ਕੋਈ, ਦੂਜਾ ਕੋਈ ਨਹੀਂ ਹੈ। ਜਿਸ ਨੂੰ ਆਪ ਕਿਰਪਾ ਕਰਦਾ ਹੈ, ਇਸ ਦੇ ਯੋਗ ਬਣਾ ਲੈਂਦਾ ਹੈ, ਆਪਣੇ ਘਰ ਵਿੱਚ ਵਸਾ ਲੈਂਦਾ ਹੈ, ਫਿਰ ਆਪ ਉਸ ਨੂੰ ਚਲਾਉਂਦਾ ਹੈ, ਫਿਰ ਉਸ ਦੇ ਗੁਣ ਗਾਉਂਦਾ ਹੈ। ਅੰਮ੍ਰਿਤ ਨਾਮ ਤੁਮਾਰਾ ਪਿਆਰੇ, ਸਾਧ ਸੰਗ ਰਸ ਪਾਇਆ।
ਫਿਰ ਸਮਝਾਉਂਦੇ ਨੇ ਕਿ ਐਸੇ ਜਨਾਂ ਦਾ ਸੰਗ ਕਰਕੇ ਉਹ ਨਾਮ ਜਿਹੜਾ ਪ੍ਰਭੂ ਦਾ ਪਿਆਰਾ ਨਾਮ ਹੈ, ਉਹ ਸਾਧੂ ਜਨਾਂ ਦਾ ਸੰਗ ਕਰਕੇ ਉਸ ਰਸ ਨੂੰ ਪ੍ਰਾਪਤ ਕੀਤਾ। ਅੰਮ੍ਰਿਤ ਨਾਮ ਤੁਮਾਰਾ ਪਿਆਰੇ, ਸਾਧ ਸੰਗ ਰਸ ਪਾਇਆ। ਤ੍ਰਿਪਤ ਅਗਾਏ ਸਈ ਜਨ ਪੂਰੇ, ਸੁਖ ਨਿਦਾਨ ਹਰ ਗਾਇਆ। ਕਹਿੰਦੇ ਉਹ ਜਿਹੜੇ ਤ੍ਰਿਪਤ ਅਗਾਏ ਨੇ ਉਹੀ ਤੇਰੇ ਪੂਰੇ ਜਾਨੇ, ਜਿਨ੍ਹਾਂ ਨੂੰ ਕੋਈ ਸੰਸਾਰੀ ਭੁੱਖ ਨਹੀਂ ਹੈ, ਜਿਹੜੇ ਤੇਰੇ ਨਾਮ ਦੇ ਵਿੱਚ ਹੀ ਤ੍ਰਿਪਤ ਨੇ। ਉਹਨਾਂ ਦੇ ਕੋਲ ਹੀ ਸੁੱਖਾਂ ਦਾ ਖਜ਼ਾਨਾ ਹੈ, ਉਹੀ ਹਰੀ ਨੂੰ ਗਾਉਂਦੇ ਨੇ, ਕਿਉਂਕਿ ਉਹਨਾਂ ਨੇ ਕੋਈ ਸੰਸਾਰਿਕ ਲਾਲਸਾ ਵਾਸਤੇ ਨਹੀਂ ਗਾਉਂਦੇ। ਪ੍ਰਭੂ ਉਹਨਾਂ ਨੂੰ ਹੁਕਮ ਕਰਦਾ ਹੈ, ਉਹ ਚਲਾਉਂਦਾ, ਉਵੇਂ ਉਹ ਚੱਲਦੇ ਨੇ, ਉਵੇਂ ਗਾਉਂਦੇ ਨੇ। ਉਹਨਾਂ ਦੇ ਕੋਲ ਹੀ ਇਹ ਫਿਰ ਖਜ਼ਾਨਾ ਹੈ। ਗੁਣ ਨਿਦਾਨ ਭਗਤਨ ਕੋ ਵਰਤਨ, ਬਿਰਲਾ ਪਾਵੈ ਕੋਈ। ਇਹ ਗੁਣਾਂ ਦਾ ਖਜ਼ਾਨਾ ਹੈ, ਭਗਤਾਂ ਨੂੰ ਵਰਤਨ ਨੂੰ ਮਾਲਕ ਦਿੰਦਾ, ਪਰ ਵਿਰਲੇ ਨੂੰ ਪ੍ਰਾਪਤ ਹੁੰਦਾ ਹੈ। ਜਾ ਕੋ ਟੇਕ ਤੁਮਾਰੀ ਸੁਆਮੀ, ਤਾ ਕੋ ਨਾਹੀ ਚਿੰਤਾ। ਹੇ ਪ੍ਰਭੂ, ਜਿਸ ਜੀਵ ਨੂੰ ਤੇਰਾ ਆਸਰਾ ਹੈ, ਜਿਹੜਾ ਸਿਰਫ ਤੇਰੇ ਆਸਰੇ 'ਤੇ ਚੱਲਦਾ ਹੈ, ਉਸ ਨੂੰ ਕੋਈ ਚਿੰਤਾ ਨਹੀਂ ਰਹਿੰਦੀ। ਜਾ ਕੋ ਦਇਆ ਤੁਮਾਰੀ ਹੋਈ, ਸੇ ਸਾ ਭਲੇ ਭਗਵੰਤਾ। ਹੇ ਪ੍ਰਭੂ, ਜਿਨ੍ਹਾਂ 'ਤੇ ਦਇਆ ਤੇਰੀ ਹੋ ਗਈ ਹੈ, ਉਹ ਫਿਰ ਸੱਚੇ ਸਾਹ ਨੇ, ਉਹ ਭਲੇ ਨੇ, ਕਿਉਂਕਿ ਆਪ ਤੂੰ ਉਹਨਾਂ ਨੂੰ ਖਜ਼ਾਨਾ ਬਖਸ਼ਾ। ਉਹੀ ਜੀਵ ਬੜਭਾਗੇ ਨੇ, ਭਾਗਾਂ ਵਾਲੇ ਨੇ। ਭਰਮ ਮੋਹ ਧਰੋ ਸਭ ਨਿਕਸੇ, ਜਬ ਕਾ ਦਰਸ਼ਨ ਪਾਇਆ। ਕਿਉਂਕਿ ਜਦੋਂ ਪ੍ਰਭੂ ਦਾ ਦਰਸ਼ਨ ਹੋ ਜਾਂਦਾ ਹੈ ਤੇ ਫਿਰ ਅੰਦਰੋਂ ਭਰਮ ਖਤਮ ਹੋ ਜਾਂਦਾ ਹੈ, ਮੋਹ ਖਤਮ ਹੋ ਜਾਂਦਾ ਹੈ, ਧਰੋ ਸਭ ਖਤਮ ਹੋ ਜਾਂਦਾ ਹੈ। ਪਰ ਤਾਂ ਹੀ ਹੁੰਦਾ ਹੈ ਜਦੋਂ ਸਾਨੂੰ ਦਰਸ਼ਨ ਹੋ ਜਾਂਦੇ ਨੇ, ਸਾਨੂੰ ਸੋਝੀ ਹੋ ਜਾਂਦੀ ਹੈ ਕਿ ਇਹ ਜੋ ਸਾਰਾ ਕੁਛ ਹੀ ਧਰੋ ਹੈ ਸਾਡੇ ਮਨ ਦੇ ਨਾਲ। ਵਰਤਨ ਨਾਮ ਨਾਨਕ ਸੱਚ ਕੀਨਾ, ਹਰ ਨਾਮੇ ਰੰਗ ਸਮਾਇਆ। ਜਦੋਂ ਫਿਰ ਮਨ ਉਸ ਨਾਮ ਦੇ ਰੰਗ ਦੇ ਵਿੱਚ ਸਮਾ ਗਿਆ ਹੈ, ਫਿਰ ਉਸ ਨੂੰ ਇੱਕ ਖਜ਼ਾਨਾ ਮਾਲਕ ਬਰਤਨ ਨੂੰ ਦਿੰਦਾ ਹੈ ਵੀ ਹੁਣ ਤੁਸੀਂ ਖਾਵੋ ਵੀ, ਖਰਚੋ ਵੀ, ਹੁਣ ਤੁਹਾਨੂੰ ਤੋਟ ਨਹੀਂ ਆਏਗੀ। ਭਗਤ ਜਨਾ ਕੋ ਵਰਤਨ ਨਾਮ, ਸੰਤ ਜਨਾ ਕੈ ਮਨ ਵਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧ ਕੁਮਾਤ। ਹਰ ਜਨ ਕੈ ਹਰ ਨਾਮ ਨਿਦਾਨ, ਪਾਰ ਬ੍ਰਹਮ ਜਨ ਕੀਨੋ ਦਾਨ। ਆਹ ਪ੍ਰਭੂ ਉਹਨਾਂ ਨੂੰ ਇੱਕ ਖਜ਼ਾਨਾ ਬਖਸ਼ਿਸ਼ ਕਰਦਾ ਹੈ, ਉਹ ਫਿਰ ਉਸ ਦੇ ਗੁਣ ਗਾਉਂਦੇ ਨੇ, ਉਹਦੇ ਵਿੱਚ ਸਮਾਏ ਨੇ। ਸਮਾਹੇ ਹੋਏ ਜੀਵ ਰਸ ਰਸ ਕੇ ਉਹਦੇ ਗੁਣ ਗਾਉਂਦੇ ਨੇ। ਆਓ ਅਗਲਾ ਸ਼ਬਦ ਹੈ ਫਿਰ ਆਸਾ ਮਹੱਲਾ ਪੰਜਵਾਂ। ਸਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਰਹੋ ਪੰਕਤੀਆਂ ਨੇ। ਨਿੰਦਕ ਅਹਿਲਾ ਜਨਮ ਗਵਾਇਆ, ਪਹੁੰਚ ਨਾ ਸਾਕੇ ਕਾਹੂ ਬਾਤੈ, ਆਗਾ ਠੌਰ ਨਾ ਪਾਇਆ। ਵੀ ਜਿਹੜਾ ਨਿੰਦਕ ਹੈ, ਇੰਨਾ ਵਧੀਆ ਮਨੁੱਖਾ ਜਨਮ ਮਿਲਿਆ ਹੈ, ਪਰ ਨਿੰਦਕ ਆਪਣੇ ਇਸ ਜਨਮ ਨੂੰ ਗਵਾ ਲੈਂਦਾ ਹੈ, ਕਿਉਂਕਿ ਉਸ ਥਾਂ 'ਤੇ ਜਿੱਥੇ ਪ੍ਰਭੂ ਦਾ ਵਾਸਾ ਹੈ ਉੱਥੇ ਆਪ ਨਹੀਂ ਪਹੁੰਚ ਸਕਦਾ, ਗੱਲਾਂ ਦੇ ਨਾਲ ਨਹੀਂ ਪਹੁੰਚਿਆ ਜਾਂਦਾ। ਅਤੇ ਨਿੰਦਕ ਹੈ ਉਹ ਸੰਤ ਜਨਾਂ ਦੀ, ਭਗਤ ਜਨਾਂ ਦੀ ਨਿੰਦਾ ਕਰਦਾ ਹੈ। ਅਤੇ ਸੰਤਾਂ ਨੂੰ ਨਿੰਦਾ ਪਿਆਰੀ ਲੱਗਦੀ ਹੈ, ਕਿਉਂਕਿ ਸੰਤਾਂ ਦਾ ਭਲਾ ਹੈ। ਇਸ ਕਰਕੇ ਨਿੰਦਕ ਆਪਣਾ ਜਨਮ ਗਵਾ ਲੈਂਦਾ ਹੈ।
ਉੱਥੇ ਤੱਕ ਉਹ ਪਹੁੰਚ ਨਹੀਂ ਸਕਦਾ ਜਿੱਥੇ ਤੱਕ ਸੰਤਾਂ ਦੀ ਪਹੁੰਚ ਹੈ, ਕਿਉਂਕਿ ਉਹਨਾਂ ਨੂੰ ਪ੍ਰਭੂ ਨੇ ਆਪ ਕਿਰਪਾ ਕਰਕੇ ਆਪਣੇ ਘਰ ਵਿੱਚ ਵਸਾਇਆ ਹੈ। ਅੱਗੇ ਠੌਰ ਨਹੀਂ ਪ੍ਰਾਪਤ ਹੁੰਦੀ। ਇਹੋ ਪੰਕਤੀਆਂ ਨੇ। ਜਨਮ ਜਨਮ ਕੀ ਮਲ ਧੋਵੈ ਪਰਾਈ, ਆਪਣਾ ਕੀਤਾ ਪਾਵੈ। ਹੁਣ ਨਿੰਦਕ ਜਿਹੜਾ ਹੈ, ਕਿਉਂਕਿ ਨਿੰਦਕ ਦਾ ਕਿਰਤ ਹੀ ਪਰਮੇਸ਼ਰ ਧੁਰੋਂ ਪਾ ਦਿੰਦਾ ਹੈ। ਉਹਨੇ ਇਹ ਜਿਹੜਾ ਮਨੁੱਖਾ ਦੇ ਹੀ ਹੈ, ਦੁਰਲਭ ਦੇ ਹੀ ਹੈ, ਕਿਸੇ ਗਲਤ ਤਰੀਕੇ ਨਾਲ ਪ੍ਰਾਪਤ ਕੀਤੀ ਹੈ। ਧਿਆਨ ਦੀ ਅਵਸਥਾ ਹੈ, ਧਿਆਨ ਦੁਆਰਾ ਹੁੰਦਾ ਹੈ ਕਿ ਅਖੀਰਲੇ ਸਮੇਂ ਜਿੱਥੇ ਧਿਆਨ ਚਲੇ ਗਿਆ ਉਹੀ ਜੀ ਦੇਹੀ ਮਿਲ ਜਾਂਦੀ ਹੈ। ਇਸ ਕਰਕੇ ਉਸ ਨੇ ਪ੍ਰਭੂ ਭਗਤੀ ਦੁਆਰਾ ਬਾਰੀ ਅਨੁਸਾਰ ਉਸ ਨੂੰ ਦੇਹੀ ਨਹੀਂ ਪ੍ਰਾਪਤ ਹੋਈ। ਉਸ ਦਾ ਧਿਆਨ ਚਲੇ ਗਿਆ ਅਤੇ ਉਸ ਨੂੰ ਦੇਹੀ ਪ੍ਰਾਪਤ ਹੋ ਗਈ ਮਨੁੱਖਾ। ਲੇਕਿਨ ਪ੍ਰਭੂ ਫਿਰ ਉਸ ਨੂੰ ਕੀ ਕਰਦਾ ਹੈ, ਉਸ ਦਾ ਕਿਰਤ ਹੀ ਨਿੰਦਕ ਦੀ ਪਾ ਦਿੰਦਾ ਹੈ। ਕਿਰਤ ਨਿੰਦਕ ਕਾ ਤੁਰ ਹੀ ਪਿਆ, ਨਾਨਕ ਜੋ ਤਿਸ ਪਾਵੈ ਸੋਈ ਥਿਆ। ਫਿਰ ਉਸਨੇ ਨਿੰਦਾ ਹੀ ਕਰਨੀ ਹੈ ਅਤੇ ਫਿਰ ਇਸ ਨੂੰ ਨਿੰਦਾ ਦਾ ਫਲ ਮਿਲਣਾ ਹੈ, ਕਿ ਜੇ ਨਿੰਦਾ ਕਰੇਗਾ ਉਸ ਦਾ ਫਲ ਤਾਂ ਮਿਲੇਗਾ। ਇਸ ਕਰਕੇ ਸਮਝਾਉਂਦੇ ਨੇ, ਕਹਿੰਦੇ ਜਨਮ ਜਨਮ ਕੀ ਮਲ ਧੋਵੈ ਪਰਾਈ। ਪਰਾਇਆਂ ਦੀ ਮੈਲ ਧੋਂਦਾ, ਜੀਵ ਦੁਆਰਾ ਕਿਸੇ ਦੀ ਮੈਲ ਉਤਾਰਦਾ ਹੈ ਅਤੇ ਫਿਰ ਆਪਣੇ ਕੀਤੇ ਦੀ ਸਜ਼ਾ ਪਾਉਂਦਾ ਹੈ। ਇਹਾਂ ਸੁੱਖ ਨਹੀਂ ਦਰਗਾਹ ਟੋਈ, ਨਾ ਤਾਂ ਇੱਥੇ ਸੁੱਖ ਮਿਲਦਾ ਹੈ ਅਤੇ ਨਾ ਦਰਗਾਹ ਦੇ ਵਿੱਚ ਟੋਈ ਮਿਲਦੀ ਹੈ। ਜਮਪੁਰ ਜਾਏ ਪਚਾਵੇ, ਅਤੇ ਜਮਪੁਰ ਜਮਾਂ ਦੇ ਵਸ ਚਲੇ ਜਾਂਦਾ ਹੈ, ਸਜ਼ਾ ਮਿਲਦੀ ਹੈ, ਨਰਕ ਭੁਗਣੇ ਪੈਂਦੇ ਨੇ। ਕਿਰਤ ਪਿਆ ਨਿੰਦਕ ਵਪਰੇ ਕਾ, ਕਿਆ ਉਹ ਕਰੇ ਵਿਚਾਰਾ। ਅਤੇ ਕਹਿੰਦੇ ਇਸ ਪਰਮੇਸ਼ਰ ਨੇ ਨਿੰਦਕ ਦੀ ਕਿਰਤ ਹੀ ਐਸੀ ਪਾਈ ਹੈ, ਹੁਣ ਉਹਦੇ ਵਿਚਾਰੇ ਦੇ ਵਸ ਵੀ ਕਿਆ ਹੈ, ਕਿਉਂਕਿ ਧੁਰੋਂ ਹੀ ਉਹਦੀ ਕਿਰਤ ਹੀ ਐਸੀ ਪਾ ਦਿੱਤੀ ਹੈ। ਤਹਾਂ ਬਿਗੂਤਾ ਜੈ ਕੋਈ ਨਾ ਰੱਖ ਹੈ, ਉਹ ਕਿਸ ਪੈ ਕਰੇ ਪੁਕਾਰਾ। ਹੁਣ ਉਹ ਤਾਂ ਉੱਥੇ ਵਾਸਾ ਹੋ ਗਿਆ ਉਸਦਾ, ਜਿੱਥੇ ਉਹਦੀ ਕੋਈ ਆਵਾਜ਼ ਵੀ ਨਹੀਂ ਸੁਣਦਾ, ਜਿੱਥੇ ਉਸ ਨੂੰ ਕੋਈ ਨਹੀਂ ਰੱਖ ਸਕਦਾ, ਕਿਉਂਕਿ ਨਿੰਦਕ ਦੀ ਦੁਆਈ ਕੋਈ ਨਹੀਂ ਹੈ। ਔਖਤ ਸਭੇ ਕੀਤੇ ਹਨ, ਨਿੰਦਕ ਕਾ ਦਾਰੂ ਨਾ ਹੈ। ਨਿੰਦਕ ਕੀ ਹੈ? ਜੇ ਨਿੰਦਕ ਉਹਨਾਂ ਸੰਤ ਜਨਾਂ ਕੋਲ ਆ ਜਾਵੇ ਜਿਨ੍ਹਾਂ ਦੀ ਨਿੰਦਾ ਕਰਦਾ ਹੈ, ਕਿਉਂਕਿ ਸੰਤਾਂ ਨੂੰ ਨਿੰਦਾ ਦਾ ਕੋਈ ਦੁੱਖ ਨਹੀਂ ਹੈ। ਸੰਤ ਹੀ ਉਸ ਨੂੰ ਬਖਸ਼ ਸਕਦਾ ਹੈ ਜਿਸ ਦੀ ਉਸਨੇ ਨਿੰਦਾ ਕੀਤੀ ਹੈ, ਨਹੀਂ ਹੋਰ ਕੋਈ ਉਸ ਨੂੰ ਨਹੀਂ ਬਖਸ਼ ਸਕਦਾ, ਕਿਉਂਕਿ ਸੰਤ ਦਿਆਲੂ ਨੇ, ਉਸ ਨੂੰ ਬਖਸ਼ ਦਿੰਦੇ ਨੇ। ਪਰ ਉਹ ਉਹਨਾਂ ਕੋਲ ਜਾਂਦਾ ਨਹੀਂ, ਇਸ ਕਰਕੇ ਹੋਰ ਉਸ ਨੂੰ ਕੋਈ ਰੱਖ ਨਹੀਂ ਸਕਦਾ। ਤਹਾਂ ਬਿਗੂਤਾ ਜੈ ਕੋਈ ਨਾ ਰੱਖ ਹੈ, ਉਹ ਕਿਸ ਪੈ ਕਰੇ ਪੁਕਾਰਾ। ਨਿੰਦਕ ਗਤ ਕਤਹੁ ਨਾਹੀ, ਖਸਮੈ ਏਵੈ ਪਾਵੈ। ਕਿਤੇ ਵੀ ਚਲੇ ਜਾਵੇ ਨਿੰਦਕ ਦੀ ਗਤ ਨਹੀਂ ਹੋਣੀ। ਸਿਰਫ ਨਿੰਦਕ ਨੂੰ ਕੌਣ ਉਤਾਰ ਸਕਦਾ ਹੈ? ਸੰਤ ਜਨ, ਸਾਧੂ ਜਨ, ਚਾਹੇ ਉਹਨਾਂ ਦੀ ਨਿੰਦਾ ਵੀ ਕੀਤੀ ਹੋਵੇ। ਪਰ ਜੇ ਉਹਨਾਂ ਦੀ ਸ਼ਰਨ ਵੀ ਜਾਂਦਾ ਹੈ, ਸੰਤ ਜਨ ਉਹਨਾਂ ਨੂੰ ਵੀ ਤਾਰ ਦਿੰਦੇ ਨੇ। ਹੋਰ ਕਿਤੇ ਚਲੇ ਜਾਵੇ ਉਸ ਦਾ ਕਿਤੇ ਭਲਾ ਨਹੀਂ ਹੋ ਸਕਦਾ। ਪ੍ਰਭੂ ਨੂੰ ਇਵੇਂ ਹੀ ਪਾਉਂਦਾ ਹੈ। ਜੋ ਜੋ ਨਿੰਦ ਕਰੇ ਸੰਤਨ ਕੀ, ਤਿਉਂ ਸੰਤਨ ਸੁਖ ਮਾਨਾ। ਅਤੇ ਜੇ ਕੋਈ ਸੰਤਾਂ ਦੀ ਨਿੰਦਾ ਕਰਦਾ ਹੈ ਅਤੇ ਸੰਤਾਂ ਨੂੰ ਸੁਖ ਪ੍ਰਾਪਤ ਹੁੰਦਾ ਹੈ, ਕਿਉਂਕਿ ਉਹ ਨਰਕਾਂ ਨੂੰ ਜਾਏਗਾ। ਸੰਤਾਂ ਨੂੰ ਦੀ ਜੇ ਮਾੜੀ ਮੋਟੀ ਕੋਈ ਗਲਤੀ ਫੈਲ ਹੈ ਉਹ ਵੀ ਕੱਢ ਦਿੰਦਾ ਹੈ। ਜਿਵੇਂ ਬਾਬਾ ਕਬੀਰ ਜੀ ਸਮਝਾਉਂਦੇ ਨੇ ਕਿ ਨਿੰਦੋ ਨਿੰਦੋ ਮੋਖੋ ਲੋਗੋ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਤਾਰੀ। ਜੋ ਨਿੰਦਾ ਕਰੇ ਸੋ ਹਮਾਰਾ ਮੀਤ, ਨਿੰਦਕ ਮਾਏ ਹਮਾਰਾ ਚੀਤ। ਵੀ ਨਿੰਦਾ ਜਿਹੜਾ ਕਰਦਾ ਉਹ ਮਿੱਤਰ ਹੈ ਸਾਡਾ, ਕਿਉਂਕਿ ਉਹ ਸਾਡਾ ਭਲਾ ਕਰਦਾ ਹੈ ਅਤੇ ਆਪ ਤਾਂ ਡੁੱਬ ਜਾਂਦਾ ਲੇਕਿਨ ਸਾਨੂੰ ਤਾਰ ਜਾਂਦਾ ਹੈ। ਇਸ ਕਰਕੇ ਸੰਤਾਂ ਨੂੰ ਸੁੱਖ ਮਿਲਦਾ ਹੈ। ਜੋ ਜੋ ਨਿੰਦ ਕਰੇ ਸੰਤਨ ਕੀ, ਤੂੰ ਤਿਉਂ ਸੰਤਨ ਸੁਖ ਮਾਨਾ। ਸੰਤਾ ਟੇਕ ਤੁਮਾਰੀ ਸੁਆਮੀ, ਤੂੰ ਸੰਤਨ ਕਾ ਸਹਾਈ, ਕਿਉਂਕਿ ਸੰਤਾਂ ਨੂੰ ਤੇਰੀ ਟੇਕ ਹੈ।
ਤੂੰ ਸੰਤਾਂ ਦਾ ਸਹਾਈ ਹੈ ਅਤੇ ਉਹਨਾਂ ਨੂੰ ਸਜ਼ਾ ਦਿੰਦਾ ਹੈ। ਜਿਵੇਂ ਆਪਾਂ ਪੜ੍ਹਦੇ ਹਾਂ ਆਸਾ ਦੀ ਵਾਰ ਦੇ ਵਿੱਚ, ਜਿਨ ਅੰਤਰ ਹਰ ਹਰ ਪ੍ਰੀਤ ਹੈ, ਤਿਨ ਹਰ ਰੱਖਣ ਹਾਰਾ ਰਾਮ ਰਾਜੇ। ਜਿਨ ਅੰਤਰ ਗੁਰਮੁਖ ਪ੍ਰੀਤ ਹੈ, ਤਿਨ ਹਰ ਰੱਖਣ ਹਾਰਾ ਰਾਮ ਰਾਜੇ। ਤਿਨ ਕੀ ਨਿੰਦਾ ਕੋਈ ਕਿਆ ਕਰੇ। ਵੀ ਉਹਨਾਂ ਦੀ ਕੋਈ ਨਿੰਦਾ ਕਿਆ ਕਰ ਸਕਦਾ, ਜਿਨ੍ਹਾਂ ਨੂੰ ਆਪ ਰੱਖਣ ਹਾਰਾ ਹੈ। ਜਿਨ ਹਰ ਨਾਮ ਪਿਆਰਾ, ਵੀ ਉਹਨਾਂ ਦੀ ਨਿੰਦਾ ਕਿਆ ਕਰੂ ਕੋਈ, ਜਿਨ੍ਹਾਂ ਨੂੰ ਹਰੀ ਦਾ ਨਾਮ ਦਾ ਨਾਲ ਪਿਆਰ ਹੈ। ਤਿਨ ਕੀ ਨਿੰਦਾ ਕੋਈ ਕਿਆ ਕਰੇ, ਜਿਨ ਹਰ ਨਾਮ ਪਿਆਰਾ। ਹਰ ਸੇਤੀ ਮਨ ਮਾਨਿਆ, ਸਭ ਦੁਸ਼ਟ ਚੱਖ ਮਾਰਾ। ਕਹਿੰਦੇ ਜਿਨ੍ਹਾਂ ਦਾ ਹਰੀ ਦੇ ਨਾਲ ਮਨ ਮੰਨ ਗਿਆ, ਇਹ ਦੁਸ਼ਟਾਂ ਦਾ ਚੱਖ ਮਾਰਨਾ ਹੈ, ਉਸ ਦੀ ਨਿੰਦਾ ਕਰਨਾ। ਇਸ ਕਰਕੇ ਨਿੰਦਾ ਜੇ ਕੋਈ ਕਰਦਾ ਹੈ, ਪਰ ਅਸੀਂ ਸੱਚੇ ਹੋਈਏ, ਸਾਡਾ ਹਿਰਦਾ ਸ਼ੁੱਧ ਹੋਵੇ। ਜੇ ਸਾਡੇ ਹਿਰਦੇ 'ਚ ਹੀ ਪਾਪ ਹੈ, ਫਿਰ ਕੋਈ ਸਾਡੀ ਨਿੰਦਾ ਕਰੇ। ਜੇ ਅਸੀਂ ਚੋਰ ਡਾਕੂ ਹਾਂ, ਚੋਰ ਡਾਕੂ ਨੂੰ ਕੋਈ ਚੋਰ ਡਾਕੂ ਕਹੇ, ਉਸ ਦੀ ਨਿੰਦਾ ਨਹੀਂ ਹੈ। ਹੋਵੇ ਸਾਧੂ ਅਤੇ ਲੋਕ ਉਸ ਨੂੰ ਚੋਰ ਕਹਿਣ, ਹੋਵੇ ਸੰਤ ਲੋਕ ਕਹਿਣ ਚੋਰ ਹੈ, ਉਸ ਨੂੰ ਮਾੜਾ ਕਹਿਣ, ਫਿਰ ਉਹ ਨਿੰਦਾ ਹੈ। ਸੰਤਾਂ ਟੇਕ ਤੁਮਾਰੀ ਸੁਆਮੀ, ਤੂੰ ਸੰਤਨ ਕਾ ਸਹਾਈ। ਕਹੋ ਨਾਨਕ ਸੰਤ ਹਰ ਰਾਖੇ, ਨਿੰਦਕ ਦੀ ਰੁੜਾਈ। ਅਤੇ ਸਤਿਗੁਰੂ ਸਮਝਾਉਂਦੇ ਨੇ ਕਿ ਸੰਤਾਂ ਨੂੰ ਆਪ ਪ੍ਰਭੂ ਰੱਖ ਲੈਂਦਾ ਹੈ ਅਤੇ ਨਿੰਦਕਾਂ ਨੂੰ ਰੋੜ ਦਿੰਦਾ। ਨਿੰਦਕ ਇਸ ਜਨਮ ਨੂੰ ਗੁਆ ਲੈਂਦੇ ਨੇ, ਕਿਉਂਕਿ ਸੰਤਾਂ ਦੀ ਨਿੰਦਾ ਦੇ ਨਾਲ ਸਾਡੀ ਔਧ ਵੀ ਘਟਦੀ ਹੈ। ਸੰਤਨ ਕੈ ਦੂਖਨ ਆਰ ਜਾ ਕਟੈ, ਸੰਤਨ ਕੈ ਦੂਖਨ ਜਮ ਤੇ ਨਹੀਂ ਛੁਟੈ। ਸੰਤਨ ਕੇ ਦੂਖਨ ਤ੍ਰਿਗਦ ਜੋਨ ਕਰਮਾਏ। ਸੰਤਾਂ ਦੀ ਨਿੰਦਾ ਕਰਨ ਵਾਲਾ ਫਿਰ ਤ੍ਰਿਗਦ ਜੂਨੀਆਂ ਦੇ ਵਿੱਚ ਜਾਂਦਾ ਹੈ। ਇਸ ਕਰਕੇ ਸਮਝਾਉਂਦੇ ਨੇ ਕਿ ਸੰਤਾਂ ਨੂੰ ਕੋਈ ਨਿੰਦਾ ਕਰੇਗਾ, ਕੋਈ ਵੀ ਜੀਵ, ਉਹ ਆਪਣਾ ਇੰਨਾ ਵਧੀਆ ਮਨੁੱਖਾ ਜਨਮ ਨੂੰ ਗੁਆ ਲੈਂਦਾ ਹੈ। ਸੋ ਆਓ ਗੁਰਮੁਖ ਪਿਆਰਿਓ, ਆਓ ਨਾਲ ਆਪਾਂ ਹੁਣ ਜੁੜੀਏ ਪ੍ਰਭੂ ਦੇ ਚਰਨਾਂ ਦੇ ਵਿੱਚ। ਉਹ ਕਾਰਜ ਕਰੀਏ ਜੋ ਆਪਾਂ ਸਾਰਾ ਕੁਛ ਹੁੰਦੇ ਹੀ, ਸਾਰੇ ਸੰਸਾਰਿਕ ਸੁੱਖਾਂ ਨੂੰ ਭੋਗਦੇ, ਸਾਰੇ ਰਸਾਂ ਨੂੰ ਮਾਣਦੇ ਹੋਏ ਮੁਕਤ ਹੋ ਸਕੀਏ। ਗੱਲਾਂ ਕਰਦੇ, ਸੰਸਾਰ 'ਚ ਵਿਚਰਦੇ, ਪਰ ਧਿਆਨ ਪਰਮੇਸ਼ਰ ਨਾਲ ਜੋੜ ਕੇ ਰੱਖੀਏ। ਚਿੱਤ ਉਹਦੇ ਨਾਲ ਜੋੜੀਏ। ਚਿੱਤ ਪਰਮੇਸ਼ਰ ਨਾਲ ਹੋਵੇ, ਕੰਮ ਹੱਥ ਪੈਰ ਕੰਮ ਕਾਰ ਕਰਨ, ਸੰਸਾਰ ਨਾਲ ਗੱਲਾਂ ਵੀ ਕਰ ਸਕੀਏ, ਹੱਸ ਵੀ ਸਕੀਏ, ਨੱਚ ਵੀ ਸਕੀਏ, ਖੇਡ ਵੀ ਸਕੀਏ, ਪਹਿਨ ਵੀ ਸਕੀਏ, ਖਾ ਵੀ ਸਕੀਏ, ਸਾਰਾ ਕੁਛ ਕਰਦੇ ਆਪਣੇ ਜੀਵਨ ਨੂੰ ਸਫਲ ਕਰ ਸਕੀਏ। ਉਹ ਹੈ ਧਿਆਉਣਾ। ਉੱਠਦੇ ਬਹਿੰਦੇ ਸੌਂਦੇ ਜਾਗਦੇ ਹਰੀ ਨੂੰ ਧਿਆਉਣਾ। ਉਹ ਕਿਵੇਂ ਧਿਆਇਆ ਜਾਂਦਾ ਹੈ, ਆਓ ਆਪਾਂ ਸਮਝੀਏ ਅਤੇ ਕਰੀਏ। ਆਪਣਾ ਜਿਹੜੀ ਦ੍ਰਿਸ਼ਟੀ ਹੈ, ਜੋ ਕਿ ਮਾਇਆ ਦੇ ਨਾਲ ਜੁੜ ਗਈ, ਦੇਖਦੀ ਹੈ ਇਸ ਦ੍ਰਿਸ਼ਟਮਾਨ ਨੂੰ, ਨਿਰੰਕਾਰ ਨੂੰ ਨਹੀਂ ਦੇਖਦੀ, ਜੋ ਕਿ ਸਭ ਤੋਂ ਨੇੜੇ ਹੈ। ਉਸ ਨੂੰ ਦੇਖਣ ਦੀ ਯੁਕਤੀ ਹੈ ਗੁਰਬਾਣੀ ਦੇ ਵਿੱਚ ਸਮਝਾਈ ਹੈ, ਵੇਦਾਂ ਸ਼ਸਤਰਾਂ ਦੇ ਵਿੱਚ ਸਮਝਾਈ ਹੈ, ਸਭ ਧਰਮ ਗ੍ਰੰਥਾਂ ਦੇ ਵਿੱਚ ਦੱਸਿਆ ਹੈ ਕਿ ਕਿਵੇਂ ਆਪਾਂ ਪਰਮੇਸ਼ਰ ਦੇ ਨਾਲ ਜੁੜ ਸਕਦੇ ਹਾਂ। ਇਹ ਵੱਖਰੀ ਗੱਲ ਹੈ ਕਿ ਅਸੀਂ ਉਸ ਨੂੰ ਸਮਝਦੇ ਨਹੀਂ, ਪੜ੍ਹਦੇ ਨਹੀਂ। ਜਿੱਥੇ ਧਰਮ ਗ੍ਰੰਥ ਲਿਖੇ ਨੇ, ਜਿਨ੍ਹਾਂ ਅੱਖਰਾਂ ਦੇ ਵਿੱਚ ਗ੍ਰੰਥ ਲਿਖੇ ਨੇ, ਉਹਨਾਂ ਅੱਖਰਾਂ ਦੇ ਵਿੱਚ ਵੀ ਇਹ ਜੁਗਤੀ ਸਮਝਾਈ ਹੋਈ ਹੈ, ਲੇਕਿਨ ਅਸੀਂ ਪੜ੍ਹਦੇ ਹਾਂ, ਉਹਨਾਂ ਨੂੰ ਪਹਿਚਾਣਦੇ ਨਹੀਂ। ਸੋ ਪਿਆਰਿਓ, ਆਪਾਂ ਕਿਵੇਂ ਜਿਹੜੀ ਗੁਰਮੁਖੀ ਹੈ, ਗੁਰਮੁਖੀ ਦੇ ਵਿੱਚ ਇੱਕ ਅੱਖਰ ਹੈ, ਈੜੀ ਅੱਖਰ ਹੈ, ਕਿ ਕਿਵੇਂ ਆਪਾਂ ਅੰਦਰ ਪ੍ਰਵੇਸ਼ ਕਰਨਾ ਹੈ, ਜਿੱਥੇ ਆਦਿ ਪੁਰਖ ਪਰਮੇਸ਼ਰ ਦਾ ਵਾਸਾ ਹੈ, ਉੱਥੇ ਕਿਵੇਂ ਪ੍ਰਵੇਸ਼ ਹੋਣਾ ਹੈ, ਉਹ ਸਾਨੂੰ ਤਰੀਕਾ ਦੱਸਦਾ ਹੈ। ਇਹ ਬੜੀ ਆਦਿ ਪੁਰਖ ਹੈ ਦਾਤਾ, ਕਿ ਦੋ ਨੇਤਰ ਨੇ, ਦੋ ਜੋਤਾਂ ਨੇ, ਦੋਨਾਂ ਜੋਤਾਂ ਨੂੰ ਆਪਾਂ ਦੇਖਦੇ ਹਾਂ, ਬਾਹਰ ਚਲੇ ਜਾਂਦੇ ਹਾਂ, ਲੇਕਿਨ ਅੰਦਰ ਨਹੀਂ ਪ੍ਰਵੇਸ਼ ਕਰਦੇ। ਹੁਣ ਆਪਾਂ ਨੂੰ ਦੱਸਦਾ ਕਿ ਦੋਨਾਂ ਨੂੰ ਪਹਿਲਾਂ ਆਪਾਂ ਇੱਕ ਪੁਆਇੰਟ 'ਤੇ ਇੱਕ ਕਰਨਾ ਹੈ, ਇੱਥੇ ਲੈ ਆਉਣਾ। ਇੱਥੇ ਲਿਆ ਕੇ ਆਪਾਂ ਇਹ ਦੇਖਣਾ ਹੁੰਦਾ ਹੈ
ਕਿ ਸਾਨੂੰ ਆਪਣਾ ਨੱਕ ਨਜ਼ਰ ਆਉਂਦਾ ਕਿ ਨਹੀਂ। ਕਿਉਂਕਿ ਇੱਥੇ ਜਦੋਂ ਆਪਾਂ ਫੋਕਸ ਕਰਕੇ ਦੇਖਾਂਗੇ ਦ੍ਰਿਸ਼ਟੀ, ਸਾਨੂੰ ਇਹ ਪਤਾ ਚੱਲਦਾ ਹੈ ਕਿ ਅਸੀਂ ਇੱਕ ਦ੍ਰਿਸ਼ਟ ਹਾਂ ਕਿ ਦੋ ਦ੍ਰਿਸ਼ਟ ਹਾਂ। ਇੱਥੇ ਦੇਖਣ ਦਾ ਜੇਕਰ ਸਾਨੂੰ ਆਪਣਾ ਨੱਕ ਨਜ਼ਰ ਆਉਂਦਾ ਹੈ, ਫਿਰ ਅਸੀਂ ਦੋ ਦ੍ਰਿਸ਼ਟੀ ਦੇ ਵਿੱਚ ਹਾਂ, ਦੋ ਜੋਤਾਂ ਨੇ। ਫਿਰ ਆਪਾਂ ਜੇ ਨੱਕ ਨਜ਼ਰ ਨਹੀਂ ਆਉਂਦਾ, ਫਿਰ ਅਸੀਂ ਇੱਕ ਦ੍ਰਿਸ਼ਟ ਹਾਂ। ਇਹਨਾਂ ਆਪਣੇ ਆਪ ਨੂੰ ਪਹਿਚਾਨਣਾ ਹੈ। ਜੇ ਸਾਨੂੰ ਨੱਕ ਨਜ਼ਰ ਆਉਂਦਾ ਹੈ, ਫਿਰ ਆਪਾਂ ਇਹ ਦੇਖਣਾ ਹੁੰਦਾ ਕਿ ਕਿਸ ਪਾਸੇ ਤੋਂ ਨਜ਼ਰ ਆਉਂਦਾ, ਸੱਜੇ ਆਉਂਦਾ, ਖੱਬੇ, ਜਾਂ ਦੋਨੋਂ ਪਾਸੇ ਤੋਂ। ਕਿਉਂਕਿ ਇੱਧਰ ਤਮੋ ਗੁਣ, ਇੱਧਰ ਸਤੋ ਗੁਣ, ਰਜੋ ਗੁਣ ਤੇ ਵਿਚਾਲੇ ਸਤੋ ਗੁਣ, ਪਰ ਹੈ ਤਿੰਨੇ ਮਾਇਆ ਦੇ। ਜੇ ਨੱਕ ਨਜ਼ਰ ਨਹੀਂ ਆਉਂਦਾ, ਉੱਥੇ ਦੇਵਲੋਕ ਹੈ, ਮਨ ਦੇਵਤਾ ਹੈ, ਲੇਕਿਨ ਉੱਥੇ ਵੀ ਮੁਕਤ ਨਹੀਂ ਹੈ। ਇਹਨਾਂ ਆਪਣੇ ਆਪ ਨੂੰ ਆਪਾਂ ਦੇਖਣਾ ਹੈ। ਫਿਰ ਆਪਾਂ ਇੱਦਾਂ ਕਰਕੇ ਫਿਰ ਆਪਾਂ ਇੱਧਰ ਨੂੰ ਧਿਆਨ ਲਾਉਣਾ ਹੈ। ਜਿਵੇਂ ਈੜੀ ਅੱਖਰ ਹੈ ਕਿ ਇੱਕ ਹੋ ਕੇ, ਕਿਉਂਕਿ ਉੱਥੇ ਇੱਦਾਂ ਸੰਭਵ ਨਹੀਂ ਸੀ ਕਾਗਜ਼ 'ਤੇ ਲਿਖਣ ਨੂੰ, ਇਸ ਕਰਕੇ ਸਾਨੂੰ ਦੱਸ ਦਿੱਤਾ ਕਿ ਅੱਖਰਾਂ ਦੇ ਵਿੱਚ, ਸ਼ਬਦਾਂ ਦੇ ਵਿੱਚ ਦਿਖਾਇਆ ਗਿਆ ਹੈ, ਪਰ ਬਿਰਲਾ ਜੀਵ ਹੀ ਇਸ ਨੂੰ ਸਮਝ ਸਕਦਾ ਹੈ। ਸ਼ਬਦਾਂ ਮਾਹੇ ਵਖਾਣੀ ਹੈ, ਬਿਰਲਾ ਤਾਂ ਬੂਝੈ ਕੋਈ। ਹੁਣ ਇੱਥੋਂ ਫਿਰ ਆਪਾਂ ਇੱਧਰ ਨੂੰ ਧਿਆਨ ਲਾਉਂਦੇ ਹਾਂ, ਉੱਪਰ ਨੂੰ। ਇੱਕ ਹੀ ਅੱਖਰ ਹੈ। ਜੇ ਆਪਾਂ ਇਸ ਨੂੰ ਸਮਝ ਲਿਆ, ਜਾਣ ਲਿਆ, ਗੁਰਮੁਖੀ ਕੇ ਅੱਖਰ ਜਾਪਦੇ ਨੇ, ਇੱਕ ਅੱਖਰ ਜੋ ਗੁਰਮੁਖ ਜਾਪੈ ਤਾਂ ਕਿ ਨਿਰਮਲ ਸੋਈ। ਸੋਈ ਅੱਖਰ ਹੈ ਇੱਕ। ਫਿਰ ਇੱਧਰ ਨੂੰ ਧਿਆਨ ਲੈ ਕੇ ਜਾਣਾ ਹੈ, ਇੱਕ ਦ੍ਰਿਸ਼ਟ ਹੋਣਾ ਹੈ, ਆਪਣੇ ਆਪ ਦੀ ਪਹਿਚਾਨ ਕਰਨੀ ਹੈ। ਸੋ ਕਿਵੇਂ ਚੱਲਣਾ ਹੈ? ਪਹਿਲਾਂ ਆਪਾਂ ਇੱਥੇ ਦ੍ਰਿਸ਼ਟੀ ਫੋਕਸ ਕਰਕੇ ਆਪਣੇ ਆਪ ਨੂੰ ਪਹਿਚਾਣਾਂਗੇ। ਮੇਰੇ ਵੱਲ ਦੇਖ ਲਓ, ਜੇਕਰ ਕੋਈ ਨਵਾਂ ਜੀਵ ਹੈ। ਇੱਥੋਂ ਮੈਂ ਆਪ ਜੀ ਨੂੰ ਫਿਰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਫਿਰ ਆਪਾਂ ਸਾਹਮਣੇ ਦੇਖਣਾ ਹੈ। ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ। ਆਪਾਂ ਪਲਕਾਂ ਉੱਤੇ ਚੁੱਕਦੇ। ਫਿਰ ਜਦੋਂ ਕਵਾਂਗਾ ਸਾਹਮਣੇ, ਫਿਰ ਸਾਹਮਣੇ ਲੈ ਕੇ ਆਉਣਾ। ਫਿਰ ਜਦੋਂ ਕਵਾਂਗੇ ਨੱਕ ਤੇ ਸਮ ਕਰਕੇ ਦੇਖੀਏ, ਫਿਰ ਇਸ ਪੁਆਇੰਟ ਤੇ ਸਮ ਕਰਕੇ ਦੇਖਣਾ ਹੈ। ਫਿਰ ਦੇਖਣਾ ਹੈ, ਜੇਕਰ ਕਿਸੇ ਨੂੰ ਪਹਿਲਾਂ ਨੱਕ ਨਜ਼ਰ ਆਉਂਦਾ ਹੈ, ਕਿ ਫਿਰ ਦੇਖਣਾ ਹੈ ਜੇਕਰ ਵਾਪਸ ਆ ਕੇ, ਪਰ ਵਿਸ਼ਵਾਸ ਦੇ ਨਾਲ ਧਿਆਨ ਲਗਾਉਣਾ ਹੈ। ਸ਼ੰਕਾ ਨਹੀਂ ਕਰਨਾ, ਕਿਉਂਕਿ ਜੇ ਸ਼ੰਕਾ ਆ ਗਿਆ ਸਾਨੂੰ ਇਸ ਦੇ ਉੱਤੇ, ਫਿਰ ਆਪਣਾ ਮਿਲਾਪ ਨਹੀਂ ਹੋ ਸਕਦਾ। ਇਸ ਕਰਕੇ ਪੂਰੇ ਵਿਸ਼ਵਾਸ ਦੇ ਨਾਲ ਕਰਨਾ ਹੈ। ਫਿਰ ਆ ਕੇ ਵਾਪਸ ਦੇਖਣਾ ਹੈ। ਜੇ ਨੱਕ ਦਿਸਣੋਂ ਹਟ ਗਿਆ, ਅਸੀਂ ਇੱਕ ਦ੍ਰਿਸ਼ਟ ਹੋ ਗਏ। ਫਿਰ ਉਸ ਤੋਂ ਬਾਅਦ ਆਪਾਂ ਧਿਆਨ ਦੇ ਬਾਰੇ ਸਮਝਾਂਗੇ ਕਿ ਕਿਵੇਂ ਆਪਾਂ ਸਭ ਤੋਂ ਪਹਿਲਾਂ ਜਿਹੜਾ ਧਿਆਨ ਹੈ ਅਸੀਂ ਨੀਚੇ ਲਗਾ ਕੇ ਰੱਖਣਾ ਹੁੰਦਾ ਹੈ। ਸਮ ਕਰਨਾ, ਨੀਚੇ, ਫਿਰ ਸਮ, ਫਿਰ ਨੀਚੇ। ਸੋ ਆਓ ਸਾਰੇ ਪਹਿਲਾਂ ਨੇਤਰ ਸਮ ਕਰਕੇ ਆਪਣੇ ਆਪ ਨੂੰ ਦੇਖੀਏ। ਸਾਹਮਣੇ ਲੈ ਕੇ ਆਓ ਧਿਆਨ, ਸਾਹਮਣੇ ਦੇਖੋ ਜੀ।
ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ ਦਿਓ। फिर सामने लेके आइए। फिर सम करके दृष्टि फोकस करके नक ते हुण अपने आप नूं देखिए, अपने प्रकाश रूप नूं देखी। जेकर कोई नवां जीव सी जिसनूं नक दिसदा है पहला, हुण उसने देखना है कि हुण दिसनों हटिया। अगर नक हुण नज़र नहीं आउंदा, असीं एक दृष्ट हो गए ते हुण असीं ਧਿਆ सकदे हां ਧਿਆਉਣਾ है ਆਪਾਂ कि ध्यान नीचे लेके जाना हुंदा है। ध्यान नीचे लेके जाओ, जिथे आप बैठे जो भी साडे थल्ले कपड़ा विछिया है जां फर्श है, उस तो थोड़ा उपर स्पेस है जिहड़ी निराकार दे विच आपां देखण दी कोशिश करांगे। सानू प्रकाश अनुभव होना शुरू हो जाएगा। जिवें सरोवर दे विच लहरां हुंदियां जल दियां, इत्थे सानू प्रकाश दियां हलचल अनुभव होनी शुरू हो जाएगी।
आओ सम करके देखिए फिर अपने आप नूं, दृष्टि फोकस करके अपने आप नूं देखिए। फिर नीचे ले जाओ ध्यान। फिर सम करके देखिए अपने आप नूं। वाहिगुरु जी का खालसा वाहिगुरु जी की फतेह। सो गुरमुख प्यारिओ, इस तरीके नाल इत्थे नीचे जदों सम करके एक साडा व्यास परपक्ता हो जाती है, मालक प्रगट हो जाता है सामने, फिर साडा चित्त सदा उहदे विच जुड़िया रहिंदा है। साडा भरम खत्म हो जाता है, दूजा नहीं है कोई इत्थे, फिर सारे
ਆਪ ਹੀ ਹੈ। ਫਿਰ ਆਪਾਂ ਉੱਠਦੇ ਬਹਿੰਦੇ ਸੌਂਦੇ ਜਾਗਦੇ ਉਸ ਨੂੰ ਧਿਆ ਸਕਦੇ ਹਾਂ, ਅਤੇ ਫਿਰ ਸੰਸਾਰ 'ਚ ਰਹਿੰਦੇ ਹੱਸਦੇ ਖੇਡਦੇ ਹਸੰਦਿਆਂ ਖੜੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਈਏ ਭੁਗਤ, ਵਿੱਚੇ ਅਸੀਂ ਮੁਕਤ ਹੁੰਦੇ ਹਾਂ। ਸੋ ਇੰਨਾ ਸੌਖਾ ਸਾਨੂੰ ਮਾਰਗ ਸਤਿਗੁਰਾਂ ਨੇ ਸਮਝਾਇਆ ਹੈ, ਲੇਕਿਨ ਅਸੀਂ ਸੰਸਾਰੀ ਜੀਵ ਫਿਰ ਵੀ ਇਸ 'ਤੇ ਵਿਸ਼ਵਾਸ ਨਹੀਂ ਕਰਦੇ, ਜਾਂ ਅਸੀਂ ਇਸ ਨੂੰ ਮੰਨਦੇ ਨਹੀਂ, ਕਮਾਉਂਦੇ ਨਹੀਂ। ਸੋ ਪਿਆਰਿਓ, ਆਪਾਂ ਸਤਿਗੁਰਾਂ ਦੇ ਬਚਨਾਂ ਨੂੰ ਮੰਨਣਾ ਵੀ ਹੈ, ਕਮਾਉਣਾ ਵੀ ਹੈ, ਅਤੇ ਪ੍ਰਭੂ ਦੇ ਦਰਸ਼ਨ ਕਰਕੇ ਨਿਹਾਲ ਹੋਣਾ ਹੈ। ਨਾਨਕ ਨਦਰੀ ਨਦਰ ਨਿਹਾਲ। ਸੋ ਆਓ ਇੰਨੀਆਂ ਭੁੱਲ ਵਿਚਾਰਾਂ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।